ਤਸਵੀਰਾਂ ਦਿਖਾ ਰਹੇ ਹਾਂ। ਇੱਥੇ ਧਰਨਾ ਪਿਛਲੇ 3-4 ਦਿਨਾਂ ਤੋਂ ਚੱਲ ਰਿਹਾ ਹੈ। ਕਿਸਾਨ ਮੰਗ ਕਰ ਰਹੇ ਨੇ ਕਿ ਜਿਹੜੇ ਨੈਸ਼ਨਲ ਹਾਈਵੇ ਕੱਢੇ ਜਾ ਰਹੇ ਨੇ, ਉਹਨਾਂ ਨੈਸ਼ਨਲ ਹਾਈਵੇ ਦੇ ਵਿੱਚ ਜਿਹੜੇ ਉਹਨਾਂ ਨੂੰ ਮੁੱਲ ਹੈਗੇ ਨੇ ਜ਼ਮੀਨਾਂ ਦੇ, ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ, ਉਹ ਉਹਨਾਂ ਨੂੰ ਬਣਦੇ ਮੁੱਲ ਨਹੀਂ ਮਿਲ ਰਹੇ। ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਉੱਤੇ ਵੀ ਸ਼ੱਕ ਕੀਤਾ ਜਾ ਰਿਹਾ ਹੈ ਕਿ ਸਰਕਾਰ ਇਸ ਲਈ ਕੁਝ ਨਹੀਂ ਕਰ ਰਹੀ। ਤੁਸੀਂ ਦੇਖ ਸਕਦੇ ਹੋ ਮੇਰੇ ਮਗਰ ਤਸਵੀਰਾਂ। ਇੱਕ ਪਾਸੇ ਵੱਡੀ ਗਿਣਤੀ ਦੇ ਵਿੱਚ ਇੱਧਰ ਪੁਲਿਸ ਫੋਰਸ ਤਾਇਨਾਤ ਹੋ ਗਈ ਹੈ। ਕਿਸਾਨਾਂ ਦੇ ਉੱਤੇ ਵੱਡੀ ਕਾਰਵਾਈ ਕਰਨ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ। ਤੁਸੀਂ ਦੇਖੋ ਸਾਹਮਣੇ ਜਿਹੜੇ ਕੰਟੇਨਰ ਖੜੇ ਕੀਤੇ ਹੋਏ ਨੇ, ਇਹ ਕੰਟੇਨਰ ਜਿਹੜੇ ਤੁਹਾਨੂੰ ਦਿੱਲੀ ਦੇ ਵਿੱਚ ਦੇਖਣ ਨੂੰ ਮਿਲਦੇ ਸਨ, ਤੇ ਦਿੱਲੀ ਦੇ ਵਿੱਚ ਜਦੋਂ ਦਿੱਲੀ ਦੀਆਂ ਬਰੂਹਾਂ ਉੱਤੇ ਕਿਸਾਨ ਪੁੱਜੇ ਤਾਂ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਅਜੇ ਕੰਟੇਨਰ ਲਾਏ ਗਏ ਸਨ, ਤੇ ਹੁਣ ਅਜੇ ਹੀ ਕੰਟੇਨਰ ਇਹ ਪੰਜਾਬ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਹੇ ਨੇ। ਕਿਸਾਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਅੱਗੇ ਵਧਣ ਤੋਂ ਰੋਕਣ ਦੇ ਲਈ ਇਹ ਕੰਟੇਨਰ ਲਗਾਏ ਗਏ ਨੇ। ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਹੈ। ਪੁਲਿਸ ਫੋਰਸ ਨੇ ਪੂਰੀ ਤਿਆਰੀ ਕੀਤੀ ਹੋਈ ਹੈ। ਤੁਹਾਨੂੰ ਇੱਧਰ ਦੀਆਂ ਤਸਵੀਰਾਂ ਦਿਖਾਉਂਦੇ ਹਾਂ, ਤੁਸੀਂ ਦੇਖ ਸਕਦੇ ਹੋ। यदि जबरन पुलिस का प्रयोग किया, हमारे किसी साथी पे कोई कार्रवाई की, तो हम जेल भरो आंदोलन चलाएंगे और 5 राज्यों के किसान जाएंगे और 18 राज्यों जिन्होंने मुझे समर्थन दे भेजा उनको यहाँ बुलाएंगे। पूरी रणनीति तैयार कर रखी है। अब ये धरना लग गया, यदि ये नहीं किया तो 5 मई का हमने घोषणा कर रखी है, हम हरियाणा की सरकार को गिराने का आंदोलन होगा। जो एक घरां 'ਚ 5-6 ਬੰਦੇ ਆਉਣਗੇ, ਉਹਦੇ ਨਾਲ 45 ਤੋਂ 50,000 ਪਰਿਵਾਰ ਇਫੈਕਟ ਹੋਣਗੇ ਤੇ ਇਹਦੇ ਨਾਲ ਬਰਬਾਦੀ ਬਹੁਤ ਜ਼ਿਆਦਾ ਹੋਊਗੀ। ਇਹ ਸੋਚਣ ਵਾਲੀ ਗੱਲ ਹੈ। ਅਸੀਂ ਮੰਗ ਇਹ ਕਰਦੇ ਹਾਂ, ਮਾਰਕੀਟ ਰੇਟ ਹੋਵੇ, ਉਹਦੇ ਤੇ ਮਲਟੀ ਫੈਕਟਰ 2 ਲੱਗੇ, ਉਹਦੇ ਹਿਸਾਬ ਨਾਲ ਸਾਨੂੰ ਮੇਰਾ ਘੱਟੋ ਘੱਟ ਜਿਹੜਾ ਮਲਟੀਪਰ ਫੈਕਟਰ 2 ਲਾ ਕੇ ਸਾਨੂੰ ਕਰੋੜ ਡੇਢ ਸਵਾ ਕਰੋੜ ਦੇ ਨੇੜੇ ਮਿਲਣਾ ਚਾਹੀਦਾ ਹੈਗਾ। मैं एक ही बात कैप्टन साहब से कहना चाहूंगा, कैप्टन साहब कल तक ये निपटा दो, नहीं तो हरियाणा पंजाब का रिश्ता आपने देख लिया। यदि 5 दिन में नहीं निपटा तो जो हम 5 मई से घोषणा करने वाले थे आमरण अनशन की, ये रमेश दलाल इसी स्टेज पे आमरण अनशन करेगा जब तक मुख्यमंत्री आपकी बात मंजूर नहीं करता। क्योंकि एक मिसाल देश में जाए, 5 राज्यों का नेतृत्व आपने दे रखा है। कोई आज आए तो रमेश दलाल पे आए, मैं नहीं चाहता मेरे किसान परिवार पे आए। इसलिए आपको मैं गुरुजी की सौगंध दे के कहता हूं, मेरे साथ दूसरा कोई अनशन पर नहीं बैठेगा, आप सिर्फ रक्षा करें। डिमांड साडी है जिवें पहली अकाली सरकार ने किन्ने थर्मल प्लांट लाए ने, उन्होंने किन्ने प्रोजैक्ट उन्होंने लाए ने, पंजाब 'ਚ किन्नियां सड़कों के जाल विछाए ने। असीं साडी मंग यही आ कि जे इन्हां दे अफसरां दीयां जां मुख मंत्री साहब दीयां जां इन्हां दे मंत्रियां दीयां कोई तनखाहां घटियां ने ते साडे भी रेट जिहड़े आ ओह घटा देण। ते जिहड़ा असीं पुछदे आ भी जिहड़े उतले करोड़ां रुपये वो किधर जा रहे, सानूं समझ नहीं आ रही। उदों भी मोदी की सरकार दी सेंटर 'ਚ ते हुण भी मोदी की सरकार ही आ, वो पैसों की समझ नहीं आ रही भी वो पैसे जा कित्थे रहे ने। ਕੈਪਟਨ ਸਰਕਾਰ ਨਾਲ ਕੀ ਨਾਰਾਜ਼ਗੀ ਹੋ ਗਈ ਹੁਣ? ਸਾਡੀ ਜ਼ਮੀਨ ਖੋ ਰਹੇ ਨੇ, ਅਸੀਂ ਦੇ ਨਹੀਂ ਰਹੇ, ਅਸੀਂ ਦਿੰਦੇ ਨਹੀਂ ਹਾਂਗੇ, ਚਾਹੇ ਉਹ ਜ਼ੋਰ ਲਾ ਲਓ। ਅਸੀਂ ਖਾਵਾਂਗੇ ਕੀ, ਅਸੀਂ ਜਾਵਾਂਗੇ ਕਿੱਧਰ, ਸਾਡੇ ਬੱਚੇ ਕੀ ਕਰਨਗੇ? ਅਸੀਂ ਤਾਂ ਕੋਈ ਮੰਗ ਨਹੀਂ ਕਰਦੇ, ਸਾਡੀ ਜ਼ਮੀਨ ਸਾਡੇ ਲਈ ਰਹਿਣੀ ਚਾਹੀਦੀ ਆ, ਸਾਡੀ ਕੋਈ ਮੰਗ ਨਹੀਂ। ਕਿਸਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਵੀ ਸਰਕਾਰ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਜਿਹੜੇ ਕਿਸਾਨ ਪਿਛਲੇ 4 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਨੇ, ਇਹ ਮੰਨਿਆ ਜਾ ਰਿਹਾ ਸੀ ਕਿ ਇਸ ਨਾਲ ਕੇਂਦਰ ਸਰਕਾਰ ਦੇ ਹੱਥ ਪੈਰ ਫੁੱਲ ਗਏ ਨੇ। ਹੁਣ ਇਹੋ ਜਿਹਾ ਹੀ ਨਜ਼ਾਰਾ ਪੰਜਾਬ ਦੇ ਵਿੱਚ ਬਣਦਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਕਿਸਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਅੱਗੇ, ਪਟਿਆਲਾ ਦੀ ਰਿਹਾਇਸ਼ ਦੇ ਅੱਗੇ ਧਰਨਾ ਦਿੱਤਾ ਹੋਇਆ ਹੈ। ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ। ਇੱਥੇ ਧਰਨਾ ਪਿਛਲੇ 3-4 ਦਿਨਾਂ ਤੋਂ ਚੱਲ ਰਿਹਾ ਹੈ। ਕਿਸਾਨ ਮੰਗ ਕਰ ਰਹੇ ਨੇ ਕਿ ਜਿਹੜੇ ਨੈਸ਼ਨਲ ਹਾਈਵੇ ਕੱਢੇ ਜਾ ਰਹੇ ਨੇ, ਉਹਨਾਂ ਨੈਸ਼ਨਲ ਹਾਈਵੇ ਦੇ ਵਿੱਚ ਜਿਹੜੇ ਉਹਨਾਂ ਨੂੰ ਮੁੱਲ ਹੈਗੇ ਨੇ ਜ਼ਮੀਨਾਂ ਦੇ, ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ, ਉਹ ਉਹਨਾਂ ਨੂੰ ਬਣਦੇ ਮੁੱਲ ਨਹੀਂ ਮਿਲ ਰਹੇ। ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਉੱਤੇ ਵੀ ਸ਼ੱਕ ਕੀਤਾ ਜਾ ਰਿਹਾ ਹੈ ਕਿ ਸਰਕਾਰ ਇਸ ਲਈ ਕੁਝ ਨਹੀਂ ਕਰ ਰਹੀ। ਤੁਸੀਂ ਦੇਖ ਸਕਦੇ ਹੋ ਮੇਰੇ ਮਗਰ ਤਸਵੀਰਾਂ। ਇੱਕ ਪਾਸੇ ਵੱਡੀ ਗਿਣਤੀ ਦੇ ਵਿੱਚ ਇੱਧਰ ਪੁਲਿਸ ਫੋਰਸ ਤਾਇਨਾਤ ਹੋ ਗਈ ਹੈ। ਕਿਸਾਨਾਂ ਦੇ ਉੱਤੇ ਵੱਡੀ ਕਾਰਵਾਈ ਕਰਨ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ। ਤੁਸੀਂ ਦੇਖੋ ਸਾਹਮਣੇ ਜਿਹੜੇ ਕੰਟੇਨਰ ਖੜੇ ਕੀਤੇ ਹੋਏ ਨੇ, ਇਹ ਕੰਟੇਨਰ ਜਿਹੜੇ ਤੁਹਾਨੂੰ ਦਿੱਲੀ ਦੇ ਵਿੱਚ ਦੇਖਣ ਨੂੰ ਮਿਲਦੇ ਸਨ, ਤੇ ਦਿੱਲੀ ਦੇ ਵਿੱਚ ਜਦੋਂ ਦਿੱਲੀ ਦੀਆਂ ਬਰੂਹਾਂ ਉੱਤੇ ਕਿਸਾਨ ਪੁੱਜੇ ਤਾਂ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਅਜੇ ਕੰਟੇਨਰ ਲਾਏ ਗਏ ਸਨ, ਤੇ ਹੁਣ ਅਜੇ ਹੀ ਕੰਟੇਨਰ ਇਹ ਪੰਜਾਬ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਹੇ ਨੇ। ਕਿਸਾਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼
ਦੇ ਅੱਗੇ ਵਧਣ ਤੋਂ ਰੋਕਣ ਦੇ ਲਈ ਇਹ ਕੰਟੇਨਰ ਲਗਾਏ ਗਏ ਨੇ। ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤਾਇਨਾਤ ਹੈ। ਪੁਲਿਸ ਫੋਰਸ ਨੇ ਪੂਰੀ ਤਿਆਰੀ ਕੀਤੀ ਹੋਈ ਹੈ। ਤੁਹਾਨੂੰ ਇੱਧਰ ਦੀਆਂ ਤਸਵੀਰਾਂ ਦਿਖਾਉਂਦੇ ਹਾਂ, ਤੁਸੀਂ ਦੇਖ ਸਕਦੇ ਹੋ। ਇੱਧਰ ਦੀ ਗੱਲ ਕਰੀਏ, ਇੱਧਰ ਬੈਰੀਗੇਡਿੰਗ ਕੀਤੀ ਹੋਈ ਹੈ। ਸਾਹਮਣੇ ਇਸ ਪਾਸੇ ਬੈਰੀਗੇਡਿੰਗ ਕੀਤੀ ਹੋਈ ਹੈ। ਉਹ ਬੈਰੀਗੇਡਿੰਗ ਤੁਸੀਂ ਸਾਹਮਣੇ ਤੁਹਾਨੂੰ ਨਜ਼ਰ ਆ ਰਹੇ ਨੇ। ਇਸ ਬੈਰੀਗੇਡਿੰਗ ਤੋਂ ਪਾਰ ਉਹੀ ਟਰੈਕਟਰ ਟਰਾਲੀਆਂ ਜਿਹੜੀਆਂ ਤਰਪਾਲਾਂ ਉੱਤੇ ਪਾਈਆਂ ਹੁੰਦੀਆਂ ਸੀ ਦਿੱਲੀ ਦੇ ਵਿੱਚ ਦੇਖਣ ਨੂੰ ਮਿਲਦੀਆਂ ਸੀ, ਪਰ ਉਹੀ ਹੁਣ ਤਰਪਾਲਾਂ ਤੁਹਾਨੂੰ ਇੱਥੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ। ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਅੱਗੇ ਟਰੈਕਟਰ ਟਰਾਲੀਆਂ ਲਾ ਦਿੱਤੀਆਂ ਨੇ ਕਿਸਾਨਾਂ ਨੇ, ਪੱਕੇ ਮੋਰਚੇ ਗੱਡ ਦਿੱਤੇ ਨੇ। ਐਲਾਨ ਕਰਤਾ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ 3 ਸਿੰਘ ਸ਼ਹੀਦੀਆਂ ਦੇਣਗੇ। ਇੱਥੇ ਥੋੜੀ ਦੇਰ ਤੱਕ ਇੱਥੇ ਕਿਸਾਨਾਂ ਦੇ ਉੱਤੇ ਵੱਡੀ ਕਾਰਵਾਈ ਹੋ ਸਕਦੀ ਹੈ। ਹੁਣ ਤੁਹਾਨੂੰ ਉਹ ਧਰਨੇ ਦੀਆਂ ਤਸਵੀਰਾਂ ਅਸੀਂ ਦਿਖਾਉਂਦੇ ਹਾਂ ਕਿ ਉੱਥੇ ਧਰਨਾ ਕਿਸ ਢੰਗ ਨਾਲ ਚੱਲ ਰਿਹਾ ਹੈ, ਕਿੰਨੇ ਵੱਡੇ ਪੱਧਰ ਦੇ ਉੱਤੇ ਉੱਥੇ ਧਰਨਾ ਚੱਲ ਰਿਹਾ ਹੈ। ਸੋ ਲਾਈਵ ਤਸਵੀਰਾਂ ਤੁਸੀਂ ਹਮਦਰਦ ਟੀਵੀ ਉੱਤੇ ਦੇਖ ਰਹੇ ਹੋ। ਇਹ ਬੈਰੀਗੇਡਿੰਗ ਸਾਹਮਣੇ ਤੁਹਾਨੂੰ ਨਜ਼ਰ ਆ ਰਹੀ ਹੈ। ਇਸ ਬੈਰੀਗੇਡਿੰਗ ਤੋਂ ਪਰਲੇ ਪਾਸੇ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਹੈ। ਦੂਜੇ ਪਾਸੇ ਵੱਡੀ ਗਿਣਤੀ ਵਿੱਚ ਜਿਹੜੀ ਪੁਲਿਸ ਫੋਰਸ ਤਾਇਨਾਤ ਹੋ ਚੁੱਕੀ ਹੈ। ਤੁਸੀਂ ਦੇਖ ਸਕਦੇ ਹੋ ਇਹ ਬੈਰੀਗੇਡਿੰਗ, ਇਹ ਕੋਈ ਦਿੱਲੀ ਦੇ ਦ੍ਰਿਸ਼ ਨਹੀਂ ਹੈਗੇ, ਦਿੱਲੀ ਦੇ ਦ੍ਰਿਸ਼ ਨਹੀਂ ਹੈਗੇ। ਇਹ ਪਟਿਆਲਾ ਪੁਲਿਸ ਸਾਹਮਣੇ ਲਿਖਿਆ ਹੋਇਆ ਹੈ। ਇਹ ਪੰਜਾਬ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਦਿੱਲੀ ਵਰਗਾ ਹੀ ਦ੍ਰਿਸ਼ ਨਜ਼ਾਰਾ ਇੱਥੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਉਠਾਉਣ ਲਈ ਹੁਣ ਥੋੜੀ ਦੇਰ ਤੱਕ ਪੁਲਿਸ ਵੱਡੀ ਕਾਰਵਾਈ ਕਰ ਸਕਦੀ ਹੈ। ਵੱਡੀ ਗਿਣਤੀ ਵਿੱਚ ਪੁਲਿਸ ਇੱਥੇ ਤਾਇਨਾਤ ਹੋ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿ ਇਧਰ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਵੱਲੋਂ ਜਿਹੜਾ ਧਰਨਾ ਹੈਗਾ ਉਹ ਲਾਇਆ ਜਾ ਰਿਹਾ ਹੈ। ਵੱਖ-ਵੱਖ ਬੁਲਾਰੇ ਇੱਥੇ ਸੰਬੋਧਨ ਕਰ ਰਹੇ ਨੇ। ਤਸਵੀਰਾਂ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਹਮਦਰਦ ਟੀਵੀ ਦੇ ਉੱਤੇ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਔਰਤਾਂ ਵੀ ਬੈਠੀਆਂ ਨੇ ਧਰਨੇ ਦੇ ਵਿੱਚ, ਮਰਦ ਵੀ ਬੈਠੇ ਹੋਏ ਨੇ। ਬੁਲਾਰੇ ਸਟੇਜ ਤੋਂ ਸੰਬੋਧਨ ਕਰ ਰਹੇ ਨੇ। ਸਾਹਮਣੇ ਟਰੈਕਟਰ ਟਰਾਲੀਆਂ ਤੁਸੀਂ ਦੇਖੋ, ਟਰੈਕਟਰ ਟਰਾਲੀਆਂ ਉਵੇਂ ਦੀਆਂ ਟਰੈਕਟਰ ਟਰਾਲੀਆਂ ਜਿਵੇਂ ਦੀਆਂ ਦਿੱਲੀ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਸੋ ਦਿੱਲੀ ਵਰਗਾ ਹੀ ਨਜ਼ਾਰਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਜਿਹੜੇ ਇਹਦੀ ਬਦੌਲਤ ਇਹ ਆਪਣਾ ਇੰਨਾ ਵੱਡਾ ਇਕੱਠ ਹੋਇਆ, ਇਹਨੇ ਬੁਲਾਰੇ ਸਟੇਜ ਤੋਂ ਸੰਬੋਧਨ ਕਰ ਰਹੇ ਨੇ। ਆਪਾਂ ਨੂੰ ਲਾਮਬੰਦ ਕੀਤਾ। ਉਸ ਤੋਂ ਬਾਅਦ ਸਾਰੇ ਡਿਸਟ੍ਰਿਕਟ ਪ੍ਰਧਾਨ ਬਣੇ ਸਰਦਾਰ ਜੱਜੀ ਦੀ ਕਮਾਂਡ 'ਚ, ਸਰਦਾਰ ਢਿੱਲੋਂ ਦੀ। ਆਪਾਂ ਆ ਵੇਖ ਲਓ ਹੁਣ ਤੁਹਾਡੇ ਸਾਹਮਣੇ ਹੀ ਹੈ ਉਸ ਦਾ ਰਿਜ਼ਲਟ। ਇਹ ਮੁੰਡਾ ਇਹਦਾ बहुत बहुत धन्यवाद, बहुत बहुत धन्यवाद किया जाता है। 5 राज्यों के किसानों की तरफ से कैप्टन अमरिंदर सिंह जी से हम यही आशा करेंगे कि वो किसानों का हितैषी लोकप्रिय मुख्यमंत्री है, उसको भाजपा की तरफ नहीं देखना चाहिए, किसानों की तरफ देखना चाहिए और आज कल में ही वार्ता करके इसका समाधान करना चाहिए। आज मैं इनके लिए पेपर तैयार करके लाया हूं। जो कल परसों डीसी इनसे गड़बड़ कर रहा था, डीसी पे तो मुकदमा बनता है, हम मुकदमा नहीं बनवा रहे, लेकिन कल हम थाने में रिपोर्ट दर्ज करके कैप्टन साहब को ये जरूर दिखाना चाहते हैं कि कैप्टन साहब आपके अधिकारियों ने अपराध कर रखा है और उनकी 3 साल की सजा बनती है। हमने विस्तार से वो पूरा बनाया है। वो डॉक्यूमेंट्स हमारा लगभग 100 पेज का, आज ये सब साइन करेंगे और कल हम यहाँ एक थाने में उसको जाकर के देंगे। और हमारे जो 5 राज्यों के किसान यहाँ समर्थन देने आए, जब तक ये नहीं निपटेगा लगातार हम यही बैठेंगे। कौन कौन से स्टेटों से आए हैं किसान? गुजरात, राजस्थान, हरियाणा और दिल्ली, पंजाब यहाँ पर है। हम 5 राज्य जो पगड़ी पहनने वाले, ये उनकी लड़ाई है। इन 5 राज्यों में पगड़ी है। ठीक है। दिल्ली, हरियाणा, राजस्थान, पंजाब और गुजरात, बाकी पूरा देश तो टोपी पहनता है। तो इसलिए 5 राज्य इकट्ठे हैं और ये लड़ाई और लंबी की जाएगी। ये तो आप कि जैसे ये प्रोजेक्ट है, ये तो नेशनल हाईवे के प्रोजेक्ट है, केंद्र से गवर्नमेंट के है, पंजाब सरकार के। जी मैं बताना चाह रहा हूँ, जो 2013 का कानून है, भारत सरकार का नोटिफिकेशन है, उसमें धारा 26 में एक प्रोविजो है, उसमें डीसी की जिम्मेवारी है जमीन अधिग्रहण से पहले वो मार्केट वैल्यू प्रिवेलिंग डीसी रेट नहीं उसको अपडेट करेगा। वो नहीं हुआ, वो एक अपराध है। दूसरा, हमारा रिहेबिलिटेशन गुजरात में दे दिया, कानून में लिखा हुआ है, वो इन्होंने नहीं तय किया, वो अपराध है। जो फैक्टर था वो 4 गुना पंजाब में दे दिया। हमारे इन साथियों ने मेहनत करके, हरमनप्रीत जी ने, पूरी टीम ने, और हम धन्यवाद करते हैं कैप्टन अमरिंदर सिंह जी का 4 गुना दे दिया। अब वो गुजरात को भी मिल गया, दिल्ली को भी, पंजाब को भी, हरियाणा और राजस्थान बचे वो भी मिल जाएगा। लेकिन बाजार मूल्य हरियाणा में हमने 3 बार तय करवाया है, खुद मैंने लड़ाई लड़के, और गुजरात में भी तय हुआ है। तो बाजार मूल्य का कानून में नियम है। और जो मैं दस्तावेज दे रहा हूं उसमें भारत सरकार का रेल मंत्रालय, पंचायती राज मंत्रालय जो गांव को देखता है, और ग्रामीण विकास मंत्रालय, और देश की जो मेट्रो सेवा है जैसे दिल्ली मेट्रो, उन्होंने लिख करके दे रखा है कि डीसी रेट
बाजार मूल्य नहीं है और बाजार मूल्य पे मुआवजा मिले। और उसी आधार पे कानून में जो धारा 26 में प्रोविजन जुड़ा था कि बाजार मूल्य पे तय किया जाए, वो डीसी नहीं किया और उसके उल्लंघन में नितिन गडकरी पे, NHAI पे और डीसी पे मुकदमा बनता है। हम कैप्टन साहब से आशा करेंगे उसको पढ़े और देखें कि इन पर मुकदमा बनता है। हम ऐसे ही नहीं करें, नहीं तो उसको वो नहीं करेंगे तो आगे हमारी प्रक्रिया है। तो हमारे जो साथी जो होली पे यहाँ बैठे, ये पूरे देश में दुख की बात है। सभी राज्यों से मुझे फोन करके, मैं 18 राज्यों की तरफ से बात कर रहा हूँ, हमारा संगठन 18 राज्यों में भारत भूमि बचाओ संघर्ष समिति, सब ने फोन करके ये कहा कि आप वहाँ जाओ और 18 राज्यों की तरफ से समर्थन दो। और यहाँ किसी ने कोई हिंसा की, पुलिस बल का प्रयोग किया, हम तो गांधीवादी हैं, शांति से बैठेंगे, लेकिन कोई प्रयोग किया तो 18 राज्यों में ये आप मान लेना कि आंदोलन चलेगा। ये बात बताइए, जैसे आप केस हैंडल कर रहे हैं सभी, इसमें पंजाब की लगभग 25,000 एकड़ उपजाऊ जमीन भी आ रही है, आप भूमि बचाने की बात कर रहे हैं, इससे आपको नहीं लगता कि पंजाब को और बड़ा नुकसान होगा? जो उपजाऊ जमीन है वो भी एक्वायर की जा रही है। देखिए, हमारा जो 2013 का कानून है उसमें एक चैप्टर फूड सिक्योरिटी का है और उसमें बेयर मिनिमम लैंड ली जाएगी प्रोजेक्ट के लिए। तो ये बेयर मिनिमम लैंड के लिए सर्वे होना चाहिए था। 2 प्रकार के रोड होते हैं, एक ब्राउन फील्ड, एक ग्रीन फील्ड। ब्राउन फील्ड में 1 एकड़ जाएगी तो ग्रीन फील्ड में 5 एकड़। तो 5 एकड़ का प्रोजेक्ट क्यों बनाया? दूसरा सर्वे क्यों नहीं हुआ? सर्वे तो करते तभी पता लगता है ये रोड यहाँ से ठीक जा रहा है, वहाँ जा रहा है। तो ये भी गलती कर रखी है। और मैं आपको बताऊं कि भारत सरकार ने सिर्फ पैसा देना है, राज्य सरकार ने रेट तय करने। तो जो आप कह रहे थे कि पंजाब सरकार का क्या रोल है, वो हमारे रेट तय करके उनको डिमांड भेजिए, उसके बाद हमारी पंजाब सरकार से लड़ाई नहीं रहेगी, केंद्र से रहेगी। लेकिन तय करना है वो राज्य सरकार ने करना है। लालपुर जी, एक ये भी सुनने में मिला है, किसानों ने बताया जिनके पास 2 एकड़ जमीन है, 2 किले जमीन भी अगर उस प्रोजेक्ट में आ जाती है तो उनके पास, तो अगर उनको पैसे मिल भी जाते हैं, सारी जिंदगी उस पैसों से नहीं काट सकेंगे। तो उनके लिए आपको क्या लगता है कि सरकार को क्या प्रावधान करने चाहिए? वो पहले प्रावधान दे रखा है, धारा 40 उपधारा 5, धारा 40 उपधारा 5 में है कि यदि आपने ऐसा स्टडी नहीं की और रिहेबिलिटेशन के लिए प्रयास नहीं किया तो रिहेबिलिटेशन का नाम का जितना मुआवजा बनेगा उसका 75% अलग देंगे। ये हम नहीं कह रहे, ये कानून कह रहा है। और कानून में सरकारी नौकरी का प्रावधान है, या तो हमें सरकारी नौकरी दो, पुनर्वास का पैकेज दो, हमारा बाजार मूल्य के आधार पे मुआवजा दो, 4 गुना आपने कर दिया। यदि ये नहीं करोगे तो धारा 84, 85 और 87 वो आप पढ़ लेना 2013 कानून में, उसमें साफ लिखा हुआ है कि कंट्रावेंशन ऑफ प्रोविजन में 6 महीने से लेके 3 साल तक की सजा है। न डीसी बचेगा और न एसीएस बचेगा, मैं बता के जा रहा हूँ। जैसी ये तस्वीरें आज पंजाब में देखने को मिल रही हैं, दिल्ली की ब्रूहों पर देखने को मिलती है, बैरिकेड की होती है, बड़ी गिनती में पुलिस फोर्स तैनात होती है, ऐसी तस्वीरें आज पंजाब में देखने मिल रही है। अगर बड़ी गिनती में पुलिस फोर्स तैनात कर दी है, लग रहा है कि जबरी धरने को उठाया जा सकता है, क्या कहोगे? यदि जबरन धरने को उठाया तो मैं याद दिला दूं, कांग्रेस की सरकार हरियाणा में थी, भूपेंद्र हुड्डा मुख्यमंत्री था, उसके गृह जिले में रोहतक में जब जाते हैं तो वो जो मूर्ति बनी हुई है रणबीर हुड्डा के, उनके पिताजी के फ्रीडम फाइटर थे, तो वहां पर मैंने जेल भरो आंदोलन चलाया था और जेल भरो आंदोलन से जमीन से पीछे हटना पड़ा था। तो अभी तो मुआवजे की बात है, कभी ऐसा ना हो कि रोड ही रद्द करना पड़ जाए। यदि जबरन पुलिस का प्रयोग किया, हमारे किसी साथी पे कोई कार्रवाई की, तो हम जेल भरो आंदोलन चलाएंगे और 5 राज्यों किसान जाएंगे और 18 राज्यों जिन्होंने मुझे समर्थन देख भेजा उनको यहाँ बुलाएंगे। नरेंद्र मोदी की सरकार कहती है आजकल नई किस्म के जो आंदोलनवादी पैदा हो चुके हैं, तो इसको नहीं लगता कि जैसे अब बड़ी गिनती में आंदोलन चल रहा है दूसरी स्टेटों में? देखिए, जो आंदोलन जीवी की बात नरेंद्र मोदी ने की वो बकवास है, क्योंकि भारतीय जनता पार्टी भी तो आंदोलन करती थी। लाल कृष्ण आडवाणी ने राम मंदिर का आंदोलन किया था और ये रथ का सारथी था नरेंद्र मोदी। तो आंदोलन के ऊपर हमारा देश खड़ा है। मैं उस पंजाब की धरती पर समर्थन देने आया हूँ जहाँ लाला लाजपत राय, शहीद भगत सिंह, शहीद उधम सिंह, और यहाँ भी छोड़ो, हमने तो जाके डायर को इंग्लैंड में जाकर के भी नहीं बख्शा। तो आप ये समझ लें कि आंदोलन संविधान में हमारा अनुच्छेद 19 में हमारा हक है, और आंदोलन को कोई उसको आंदोलन जीवी कहेगा या कैप्टन साहब उसको कुचलने की कोशिश करेंगे तो आंदोलन पूरे देश में और भड़केगा। और कांग्रेस की सरकार अगली बनानी है तो किसानों की मांग मंजूर करनी पड़ेगी। और यदि कैप्टन साहब ये सोचते हैं कि ये कांग्रेस का आखिरी समय होना चाहिए तो ठीक है, वो बल प्रयोग कर ले।
ये बात बताइए, दिल्ली के जो धरना चल रहा है वहाँ पे तीन सरहदों पे धरना चल रहा है, वहाँ पे भी धरना अगर यहाँ पे भी लग जाता है तो आपको नहीं लगता कि दिल्ली वाला कमजोर पड़ सकता है? दोनों तरफ किसान बांटे जाएंगे। देखिए क्या है कि अभी जो हमारी हरियाणा और पंजाब की 2% पॉपुलेशन भी धरने पे नहीं बैठी, उसी में लाखों की भीड़ हो जाती है। तो लाखों आदमी टिकरी बॉर्डर पे, लाखों सिंगू बॉर्डर पे, और सभी टोल टैक्स पे हरियाणा पंजाब में हमने बटा रखे हैं। यदि यहाँ पर धरना चलेगा और कैप्टन साहब नहीं मानेंगे, और यदि जिस प्रकार से पुलिस फोर्स को बुला रहे हैं और दमनकारी नीति अपनाई, तो ये मानो कि जेल भरो आंदोलन चलेगा और जेल में तो हर आदमी जाएगा। और अभी तो फसल से हम फ्री हो जाएंगे, अभी हरियाणा पंजाब तो फसल से फ्री हो जाएंगे, तो कोई इसको हल्के ढंग से न ले। और अच्छी बात है, कैप्टन साहब ये चाहते हैं कि तीनों कृषि बिल रद्द हों, जैसे उन्होंने विधानसभा में प्रस्ताव लाए थे। तो कैप्टन साहब, ये रोड का मामला जल्दी निपटा लो, हम मोदी से भिड़ लेंगे जाके टिकरी बॉर्डर और सिंगू बॉर्डर पे। आप तो न्याय दो, लेकिन यदि उस लड़ाई के बहाने कैप्टन साहब हमारे पे जुल्म करेगा, तो हम वो लड़ाई भी लड़ेंगे और ये भी लड़ाई लड़ेंगे। इसके लिए कोई पूरी रणनीति तैयार की हुई है आपने? पूरी रणनीति तैयार कर रखी है। अब ये धरना लग गया, यदि ये नहीं किया तो 5 मई का हमने घोषणा कर रखी है, हम हरियाणा की सरकार को गिराने का आंदोलन होगा, जो पहले देश में पहली बार चलेगा। ये हमारी बड़ी वहां पर पंचायत में ये फैसला हो चुका, और उससे पहले आप ये मान करके चलो, मेरा भरोसा है कि कैप्टन साहब लोकप्रिय और किसान हितैषी मुख्यमंत्री है, वो हमारी बात सुनेंगे। वो क्यों सुनेंगे? मैं दलाल खाप से आता हूँ और 5 प्यारों में धर्म सिंह दलाल थे, मैं उस वंश से हूँ। और हमारी खाप की हरियाणा में, उत्तरी भारत में तुत्ती बोलती है, और हम समर्थन में आए हैं। तो मैं कहता हूँ कैप्टन साहब, जाट सभा का प्रधान किसने बनाया? हमने ही बनाया। आप तो हमारी बिरादरी के भी प्रधान हो, तो हमारी बिरादरी आपकी सड़कों पे, किसान आपको सड़कों पे, दलित व्यापारी सब कुछ सड़कों पे। तो नरेंद्र मोदी तो कुछ भी गलती करे, कैप्टन साहब पे हमारा हक है, और मुझे भरोसा कैप्टन साहब हमारा हक जरूर देंगे। आगे बढ़ रहे थे किसान, आगे कील गाड़ दी रास्ते में नरेंद्र मोदी ने। अगर यहाँ पे आगे बढ़ोगे, यहाँ पे पंजाब सरकार गाड़ देगी, फिर क्या करोगे? ये कील गाड़ दी, तो ये सोच लें कि ईसा मसीह को कीलों के ऊपर टांगा गया, तब भी पीछे नहीं हटा। लेकिन हम गुरु गोविंद सिंह जी को मानने वाले, पूरा पंजाब सिख बिरादरी तो है ही, लेकिन दलाल वंश इसलिए है कि हमारे परिवार का पहला सेनापति गुरु गोविंद सिंह जी का बना 5 प्यारों में था। तो कील तो बात क्या है, हमारे पे यदि तोप भी चलवाएगा तो हम पीछे नहीं हटेंगे, हम लड़ाई को जीत के ही वापस जाएंगे। किसान नेता रोड ਸਿੰਘ ਸਿੱਧੂ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜਿਹੜੇ ਕੇਂਦਰ ਦੇ ਹਾਈਵੇ ਪ੍ਰੋਜੈਕਟ ਹੈਗੇ ਨੇ ਤੇ ਇਸ ਨੂੰ ਲੈ ਕੇ ਕਾਫੀ ਵਿਵਾਦ ਵੀ ਛਿੜਿਆ ਹੋਇਆ ਹੈਗੇ। ਕੇਂਦਰ ਦੇ ਪ੍ਰੋਜੈਕਟ ਨੇ, ਪਰ ਮੋਰਚਾ ਤੁਸੀਂ ਪੰਜਾਬ ਸਰਕਾਰ ਦੇ ਵਿਰੁੱਧ ਖੋਲ੍ਹਿਆ ਹੋਇਆ, ਕੀ ਵੱਡਾ ਕਾਰਨ? ਪੰਜਾਬ ਸਰਕਾਰ ਵੀ ਮੋਦੀ ਨਾਲ ਰਲੀ ਵੀ ਹੈ, ਠੀਕ ਹੈ। ਜਦੋਂ ਉਹ ਸਾਨੂੰ ਮਤਲਬ ਘੱਟ ਰੇਟ ਦੇ ਰਿਹਾ ਹੈ, ਕਲੈਕਟਰ ਰੇਟ ਸਾਡਾ ਆਇਆ, ਅਸੀਂ ਇਹ ਮੰਗ ਕਰਦੇ ਹਾਂ। ਸਾਡੀਆਂ 2 ਮੀਟਿੰਗਾਂ ਵੀ ਹੋ ਗਈਆਂ ਵੀ ਅਸੀਂ ਕਲੈਕਟਰ ਨੇ ਸਾਡੀ ਮਾਰਕੀਟ ਵੈਲਿਊ ਦਿਓ। ਤੁਸੀਂ 2013 ਦੇ ਵਿੱਚ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਜ਼ਮੀਨਾਂ ਦੀ ਰਿਕਵਾਇਰ ਕਰੀ ਸੀਗੀ, ਬਠਿੰਡਾ ਜੀਰਕਪੁਰ, ਬਠਿੰਡਾ ਅੰਮ੍ਰਿਤਸਰ, ਪਰ ਅੱਜ ਸਾਨੂੰ ਕਲੈਕਟਰ ਰੇਟ ਦੇ ਵਿੱਚ ਸਾਨੂੰ 20 ਲੱਖ ਰੁਪਇਆ ਦੇ ਰਹੇ ਹੋਗੇ। ਤੇ ਉਹ ਇਹ ਸਰਕਾਰ ਆ ਜਿਹੜੀ ਪੰਜਾਬ ਸਰਕਾਰ ਵੀ ਉਹਨਾਂ ਨਾਲ ਰਲੀ ਵੀ ਆ, ਇਹਨਾਂ ਦਾ ਹੱਕ ਬਣਦਾ ਮਾਰਕੀਟ ਰੇਟ ਸਾਨੂੰ ਮਤਲਬ ਉਹਦੇ ਕਰਕੇ ਮਲਟੀਪਲ ਫੈਕਟਰ ਟੂਲ ਆ ਕੇ ਫਿਰ ਸਾਨੂੰ ਪੈਸੇ ਮਿਲਣੇ ਚਾਹੀਦੇ। ਅੱਜ ਸਾਡੀਆਂ ਜ਼ਮੀਨਾਂ ਦਾ 30-40 ਹਜ਼ਾਰ ਦਾ ਕੀਮਤ ਤੋਂ ਹੀ ਹੈਗੀ, ਫਿਰ ਸਾਡੇ ਇੰਨੀ ਆਮਦਨ ਹੁੰਦੀ ਹੈ। ਜਿਵੇਂ ਹੁਣ ਵੀ ਦੱਸਿਆ ਸੀ ਵੀ ਜਿਹੜੇ ਕਪੂਰਥਲਾ ਜਲੰਧਰ ਆ, ਉਹਦਾ 3-3 4-4 ਲੱਖ ਰੁਪਇਆ ਕਿੱਲੇ ਦਾ ਕਮਾਉਂਦੇ ਆ। ਬਾਕੀ ਜ਼ਿਲ੍ਹੇ ਆ 140 ਮਣ ਕਣਕ ਝੋਨਾ ਉਹਨਾਂ ਦਾ ਹੁੰਦਾ ਹੈਗਾ, ਵੀ ਉਹ ਸਾਡੀ ਬਰਬਾਦੀ 25,000 ਏਕੜ ਦੇ ਵਿੱਚੋਂ ਕਿੰਨਾ ਅਨਾਜ ਪੰਜਾਬ 'ਚੋਂ ਘਟ ਜਾਊਗਾ। ਕਈ ਵਿਚਾਰਿਆਂ ਦੀ 2-2 3-3 ਕਿੱਲੇ ਜ਼ਮੀਨ ਆ ਗਈ, ਇੱਕ ਟੋਟਾ ਉੱਧਰ ਹੋ ਗਿਆ, ਇੱਕ ਉੱਧਰ ਹੋ ਗਿਆ। ਉਹ ਨਾ ਉਹਨੂੰ ਉਧਰਲੇ ਟੋਟੇ ਨੂੰ ਵਾਹਣ ਜੋਗਾ, ਨਾ ਉਧਰਲੇ ਜੋਗਾ ਹੈਗਾ, ਉਹਨੂੰ ਕੋਈ ਰਸਤਾ ਨਹੀਂ। ਤੇ ਉਹ ਵਿਚਾਰਾ ਕੀ ਕਰੂਗਾ? ਉਹ ਇਸ ਤਰ੍ਹਾਂ ਸੁਸਾਈਡ ਕਰਨ ਵਾਲੀ ਗੱਲ ਹੋਈ ਖੜੀ ਹੈ। ਤੇ ਕਈਆਂ ਪਿੰਡਾਂ 'ਚ ਜਿਹੜੀ ਹੈ ਸਾਡੇ ਮਤਲਬ ਤਕਸੀਮਾਂ ਨਹੀਂ ਹੋਈਆਂ ਵੀਆਂ, ਤਕਸੀਮਾਂ ਨਹੀਂ ਹੋਈਆਂ ਵੀਆਂ, ਉਹ ਮਤਲਬ 10 ਘਰਾਂ ਦੇ ਵਿੱਚ ਸਾਂਝੀਆਂ ਪਈਆਂ। ਉਹ ਜਦੋਂ ਇਹ ਦੇਣਗੇ ਤਾਂ ਉਹ ਸਾਰੇ ਘਰਾਂ ਨੂੰ ਪੈਸੇ ਜਾਣਗੇ, ਉਹ ਪੈਸੇ ਦਾ ਚੱਕ ਲੈਣਗੇ, ਪਰ ਉਹ ਮਗਰੋਂ ਕਹਿਣਗੇ ਵੀ 1.5 ਕਨਾਲ ਤੂੰ ਉੱਥੇ ਲੈ ਲਾ, ਦੂਜਾ ਕੋਈ 3 ਕਨਾਲ ਤੂੰ ਉੱਥੇ ਲੈ ਲਾ। ਉਹ ਬੰਦਾ ਜਮੇ ਹੀ ਬਰਬਾਦ ਹੋ ਜਾਊਗਾ। ਸਾਡੀ ਮੰਗ ਇਹ ਵੀ ਆ ਸਰਕਾਰ ਤੋਂ ਵੀ ਜਿਹੜਾ ਬੰਦਾ ਕਾਬਜ਼ ਆ ਉਸੇ ਨੂੰ ਪੈਸੇ ਮਿਲਣੇ ਚਾਹੀਦੇ ਆ, ਦੂਜੇ ਨਾ ਹੱਕਦਾਰ ਬਣਨ ਉਸ ਚੀਜ਼ ਦੇ। ਇੱਕ ਮੈਂ ਤੁਹਾਡੇ ਤੋਂ ਵੀ ਜਾਣਨਾ ਚਾਹੁੰਦਾ, ਤੁਸੀਂ ਦੱਸ ਰਹੇ ਹੋ ਕਿ ਲਗਭਗ 25,000 ਏਕੜ ਜ਼ਮੀਨ ਆਪਣੀ ਪੰਜਾਬ ਦੀ ਰੋਡਾਂ 'ਚ ਆਉਂਦੀ ਹੈ। ਕਿਹੜੇ ਪ੍ਰੋਜੈਕਟ ਹੈਗੇ ਨੇ, ਕਿੰਨੇ ਕੁ ਪਿੰਡ ਪ੍ਰਭਾਵਿਤ ਹੋ ਰਹੇ ਨੇ? ਦੇਖੋ ਇਹਦੇ ਵਿੱਚ ਜਿਹੜੇ ਹੈਗੇ ਨਾ 45,000, ਅਸੀਂ ਜਿਹੜੀ ਮੀਟਿੰਗ ਉੱਤੇ ਹੋਈ ਸੀ ਨਾ, ਤੇ ਉਹਦੇ ਮਤਲਬ ਕਾਹਨ ਸਿੰਘ ਪੰਨੂ ਵੀ ਸੀਗੇ,
ਨਾਲ ਸਾਡੇ ਜਿਹੜੇ ਐਗਰੀਕਲਚਰ ਕਮਿਸ਼ਨਰ ਬਲਵਿੰਦਰ ਸਿੰਘ ਸਿੱਧੂ ਉਹ ਵੀ ਸੀਗੇ, ਕਿਉਂਕਿ ਉਹਨਾਂ ਨੂੰ ਬਹੁਤ ਸਾਰੇ ਮਤਲਬ ਪੰਜਾਬ ਦੀ ਨੌਲੇਜ ਹੈ। ਤਾਂ ਉਹਨਾਂ ਨੇ ਮਤਲਬ ਵਿਸ਼ਵਜੀਤ ਖੰਨਾ ਨੇ ਕਿਹਾ ਵੀ ਕਿੰਨਾ ਕਹਿ ਕੇ 25000, ਉਹ ਕਹਿੰਦਾ 25000 ਨਹੀਂ, ਇੱਕ ਘਰਾਂ 'ਚ 5-5 6 ਬੰਦੇ ਆਉਣਗੇ, ਉਹਦੇ ਨਾਲ 45 ਤੋਂ 50000 ਪਰਿਵਾਰ ਇਫੈਕਟ ਹੋਣਗੇ ਤੇ ਇਹਦੇ ਨਾਲ ਬਰਬਾਦੀ ਬਹੁਤ ਜ਼ਿਆਦਾ ਹੋਊਗੀ। ਇਹ ਸੋਚਣ ਵਾਲੀ ਗੱਲ ਹੈ। ਉਸ ਅਫਸਰਾਂ ਨੇ ਸਾਡੀ ਇਸ ਗੱਲ 'ਚ ਮਦਦ ਵੀ ਬਹੁਤ ਕਰੀ ਹੈ, ਮੈਂ ਕਹਿ ਦਈਏ। ਤੇ ਕਾਨਸੋ ਪੰਨੂ ਵੀ ਭਾਵੇਂ ਉਹ ਐਡਵਾਈਜ਼ਰ ਹੈਗੇ NHI ਦੇ, ਪਰ ਉੱਥੇ ਉਹਨਾਂ ਨੇ ਵੀ ਕਿਸਾਨ ਪੱਖੀ ਹਾਂ ਕਹੀ ਹੈ ਤੇ ਕਿਸਾਨਾਂ ਦੀ ਹਮਦਰਦੀ ਉਹਨਾਂ ਨੇ ਕਰੀ ਹੈ। ਕਿੰਨੇ ਕੁ ਜਿਹੜੇ ਪ੍ਰੋਜੈਕਟ ਹੈਗੇ ਨੇ, ਜਿਵੇਂ ਖਾਸ ਤੌਰ ਤੇ ਤੁਸੀਂ ਇੱਥੇ ਸਟੇਜ ਤੋਂ ਮੈਂ ਸੁਣ ਰਿਹਾ ਸੀ ਕਿ ਬਠਿੰਡਾ ਦਾ ਵੀ ਜ਼ਿਕਰ ਕੀਤਾ ਸੀਗਾ, ਕਿਹੜੇ ਪਿੰਡ ਜ਼ਿਆਦਾ, ਕਿਹੜੇ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ? ਬਠਿੰਡੇ ਜ਼ਿਲ੍ਹੇ ਦੇ 37 ਪਿੰਡ ਆਉਂਦੇ ਆ। ਸੰਗਤ ਕਲਾਂ ਤੋਂ ਚੱਲਦੀ ਆ ਰੋਡ, ਪਹਿਲਾਂ ਹਰਿਆਣੇ ਚ ਆਜੂ, ਸੰਗਤ ਕਲਾਂ ਤੋਂ ਚੱਲੀ ਕਪੂਰਥਲੇ ਦਾ ਟਿੱਬਾ ਪਿੰਡ ਹੈ, ਉੱਥੇ ਚਲੀ ਜਾਣੀ ਹੈ। ਉੱਥੋਂ ਫਿਰ ਤਰਨਤਾਰਨ ਵੀ ਦੀ ਹੋ ਕੇ ਅੰਮ੍ਰਿਤਸਰ ਨੂੰ ਜਾਣੀ ਹੈ। ਫਿਰ ਇੱਕ ਮਹਾਰਾਜ ਜਿਹੜਾ ਸਾਡਾ ਪਿੰਡ ਹੈ, ਕੈਪਟਨ ਸਾਹਿਬ ਦਾ ਹੀ ਉਹੀ ਪਿੰਡ ਹੈ। ਮਹਾਰਾਜ ਤੋਂ ਇੱਕ ਸੜਕ ਲੁਧਿਆਣੇ ਨੂੰ ਕੱਢਤੀ, ਲੁਧਿਆਣੇ ਤੋਂ ਇੱਕ ਸੜਕ ਰੋਪੜ ਨੂੰ ਕੱਢਤੀ। ਲੁਧਿਆਣਾ ਦਾ ਐ ਚੀਰਤਾ ਜਿਵੇਂ ਸਾਡਾ ਮਹਾਰਾਜ ਚੀਰਿਆ ਹੈ ਲੋਡੀ, ਤੇ ਉਹਦੇ ਵਿੱਚ ਸੜਕ ਹੈ ਜਿਹੜੀ 10-10 ਫੁੱਟ ਉੱਚੀ ਦੱਸਦੇ ਆ। ਫਿਰ ਉਹਦੇ ਤੇ ਇਹ ਦੀ ਜਾਲੀ ਲਾਉਣਗੇ। ਉਹ ਬੰਦਾ ਜੇ ਮੇਰੀ ਮੋਟਰ ਉਹਦਾ ਕਿ ਮੈਂ ਉਹ ਸੜਕ ਟੱਪ ਕੇ ਮੈਂ ਕਿਵੇਂ ਮੋਟਰ ਦਾ ਬਟਨ ਦਬਣ ਜਾਊਂਗਾ, ਜਾਂ ਮੇਰਾ ਟਰੈਕਟਰ ਕਿਵੇਂ ਜਾਊਗਾ, ਉਹ ਮੁਸ਼ਕਲਾਂ। ਸਾਨੂੰ ਸਰਵਿਸ ਰੋਡ ਵੀ ਚਾਹੀਦਾ ਤੇ ਬਰਬਾਦੀ ਤਾਂ ਜਮਾਂ ਹੀ ਜ਼ਿਆਦਾ ਹੈ ਇਸ ਹਿਸਾਬ ਨਾਲ। ਅਸੀਂ ਮੰਗ ਇਹ ਕਰਦੇ ਹਾਂ ਮਾਰਕੀਟ ਰੇਟ ਹੋਵੇ, ਉਹਦੇ ਤੇ ਮਲਟੀ ਫੈਕਟਰ ਟੂਲ ਲੱਗੇ, ਉਹਦੇ ਹਿਸਾਬ ਨਾਲ ਸਾਨੂੰ ਮੇਰਾ ਘੱਟੋ ਘੱਟ ਜਿਹੜਾ ਮਲਟੀਪਰ ਫੈਕਟਰ 2 ਲਾ ਕੇ ਸਾਨੂੰ ਕਰੋੜ, 1.5 ਸਵਾ ਕਰੋੜ ਦੇ ਨੇੜੇ ਮਿਲਣਾ ਚਾਹੀਦਾ ਹੈਗਾ। ਜਿਵੇਂ ਸਮਝਦਾ ਗੁਜਰਾਤ 'ਚ ਹੈ, ਸਾਡੇ ਜਾਤੀ ਹੋ ਗਈ ਸਾਡੇ ਨਾਲ। ਇਹ ਸੜਕ ਜਿਹੜੀ ਜਾਮਨਗਰ ਤੋਂ ਗੁਜਰਾਤ ਤੋਂ ਆਉਂਦੀ ਹੈ, ਇਹ ਚਲੋ ਅੰਮ੍ਰਿਤਸਰ ਚਲੀ ਗਈ, ਅੱਗੇ ਗਾਹਾਂ ਜਾਂ ਉਧਰ ਜੰਮੂ ਕਟੜੇ ਚਲੀ ਗਈ। ਇਹਨਾਂ ਨੇ ਪਾਰਸ਼ਲੀ ਪਤਾ ਕੀ ਰਿਹਾ, ਜਿਹੜਾ ਗੁਜਰਾਤ ਦੇ ਵਿੱਚ ਹੈ ਇਹਨਾਂ ਨੇ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੇਟ ਦਿੱਤਾ। ਉੱਥੇ ਮਲਟੀ ਫੈਕਟਰ 2 ਲਾਇਆ, ਕਿਉਂਕਿ ਗੜਕਰੀ ਦੇ ਉਹਨਾਂ ਦੀ ਆਪਦੇ ਸਟੇਟ ਸੀਗੀ। ਜਦੋਂ ਆ ਗਿਆ ਵਿਚਾਰਾ ਰਾਜਸਥਾਨ, ਉਹਨਾਂ ਨੂੰ ਜਿਹੜਾ ਮਲਟੀਪਲ ਫੈਕਟਰ ਹੈ 1.25, ਜਦੋਂ ਆ ਗਿਆ ਹਰਿਆਣਾ ਉਹਨਾਂ ਨੂੰ 1.25, ਜਦੋਂ ਪੰਜਾਬ ਆ ਗਿਆ 1.25। ਅਸੀਂ ਜਿਹੜਾ ਰੌਲਾ ਪਾਇਆ, ਹੁਣ ਸਾਨੂੰ ਇਹ 2 ਮਲਟੀਪਲ ਫੈਕਟਰ ਤਾਂ ਮੰਨ ਗਏ, ਪਰ ਰਿਟਰਨ ਹੋਵੇ ਫੇਰ ਹੀ ਹੈ ਨਾ। ਉਹ ਗੱਲ ਹੈ ਵੀ ਇਸ ਤਰੀਕੇ ਨਾਲ ਅਸੀਂ ਇਹੀ ਕਹਿੰਦੇ ਹਾਂ ਵੀ ਗੁਜਰਾਤ ਵਾਲੇ ਆ ਸਾਡੇ ਨਾਲ ਬਾਹਲੇ ਚੰਗੇ ਸੀ। ਦਲਾਲ ਸਾਹਿਬ ਦੱਸਣਗੇ, ਉਹ ਦੇਖੋ ਸੌਰੀ ਦਲਾਲ ਸਾਹਿਬ ਆ ਕੇ ਦੱਸਣਗੇ ਵੀ ਕਿਵੇਂ ਉੱਥੇ ਮੈਟਰੋ ਬਣੀ ਸੀਗੀ, ਉਹਨਾਂ ਨੂੰ ਨੌਕਰੀ ਵੀ ਦਿੱਤੀ ਆ। ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜੇ ਜ਼ਿਮੀਂਦਾਰ ਦੇ 2 ਜਾਂ 3 ਕਿੱਲੇ ਆ, ਨੌਕਰੀ ਵੀ ਦਿਓ। ਤੁਸੀਂ ਕਿਸਾਨੀ ਨਾਲ ਜੁੜੇ ਹੋਏ ਜੀ? ਮੈਂ ਕਿਸਾਨੀ ਨਾਲ ਵੀ ਜੁੜਿਆ। ਮੈਂ ਮਹਿਕਮਾ ਹਾਰਟੀਕਲਚਰ ਦੇ ਵਿੱਚ ਵੀ 40 ਸਾਲ ਸਰਵਿਸ ਕਰੀ ਹੈ। ਕਿਸਾਨਾਂ ਦੀ ਪੂਰੀ ਮਦਦ ਕਰੀ ਹੈ, ਪੂਰੀ ਸੇਵਾ ਕਰੀ ਆ ਆਪਦੇ ਜ਼ਿਲ੍ਹੇ ਦੇ ਵਿੱਚ। ਤੇ ਕੋਈ ਬੰਦਾ ਮੇਰੇ ਮਤਲਬ ਜਿੱਥੇ ਮੈਂ ਜਾਂਦਾ ਯਾਦ ਕਰਦੇ ਆ। ਅੱਜ ਮੈਂ ਹੁਣ 6 ਪਿੰਡਾਂ 'ਚ ਬੰਦੇ ਆਪ ਇਕੱਠੇ ਕਰਕੇ ਲਿਆਏਗਾ। ਮੈਂ ਮੀਤ ਪ੍ਰਧਾਨ ਹੈ ਜ਼ਿਲ੍ਹੇ ਦਾ। ਮੈਂ 6 ਪਿੰਡਾਂ 'ਚ ਆਪ ਗਿਆ। ਉਹ ਕਹਿੰਦੇ ਯਾਰ ਬਾਬਾ, ਮੇਰਾ ਨਾਮ ਬਾਬਾ ਕਹਿੰਦੇ ਆ, ਯਾਰ ਬਾਬਾ ਤੂੰ ਬਾਹਲੇ ਭੱਜਿਆ ਫਿਰਦਾ। ਉਹ ਮੈਂ ਕਹਿੰਜੋ ਰੌਲਾ ਪਾਵਾਂਗੇ ਤਾਂ ਕੋਈ ਮਿਲ ਜੂ, ਜੇ ਘਰੇ ਬੈਠੇ ਆਪਾਂ ਨੂੰ ਮਿਲਣੀ ਕੁਛ ਨਹੀਂ। ਵੀ ਜਿਹੜੇ ਪ੍ਰੈਸ ਵਾਲੇ ਵੀਰ ਹੈਗੇ, 2 ਦਿਨ ਹੋ ਕੇ ਖਬਰਾਂ ਲੱਗੀ ਜਾਂਦੀਆਂ ਵੀ ਦਿੱਲੀ ਜਾਮਨਗਰ ਐਕਸਪ੍ਰੈਸ ਦਾ ਇੱਥੇ ਇਕੱਠ ਹੈ। ਅੱਜ ਸਾਡੇ ਕਿਸਾਨੇ ਦੇ ਜ਼ਿਮੀਂਦਾਰ ਆਏ ਬਾਈ ਇੱਥੇ ਖੜੇ ਹੋਊ ਸ਼ਾਇਦ, ਉਹਨੂੰ ਕਹਿਤਾ ਪੱਤਰਕਾਰ ਨੇ, ਕਹਿੰਦਾ ਯਾਰ ਤੁਸੀਂ ਇੱਥੋਂ ਕਿਹਾ ਉਹ ਦਿੱਲੀ ਕੱਢੇ ਵਾਲਿਆ। ਉਹ ਇਸ ਗੱਲ 'ਚ ਕਿਸਾਨਾਂ 'ਚ ਭੁਲੇਖੇ ਪੈਂਦੇ ਹੈਗੇ। ਸਟੇਜ ਤੋਂ ਪਹਿਲਾਂ ਵੀ ਕਿਸੇ ਵੀਰ ਨੇ ਕਹਿਤਾ ਸੀ, ਪਰ ਅੱਜ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਸਾਡਾ ਇਹ 14 ਜ਼ਿਲ੍ਹਿਆਂ ਦਾ ਜਿਹੜਾ ਮਤਲਬ ਬਠਿੰਡਾ, ਅੰਮ੍ਰਿਤਸਰ ਜੋ ਹੈ, ਕਪੂਰਥਲੇ ਟਿੱਬੇ ਆਉਂਦੀ ਹੈ, ਉਦੋਂ ਬਾਅਦ ਲੁਧਿਆਣੇ ਨੂੰ ਜਾਂਦੀ ਹੈ, ਫਿਰ ਰੋਪੜ ਨੂੰ ਜਾਂਦੀ ਆ। ਆਹ ਜਿਹੜੀ ਦਿੱਲੀ ਕਟੜਾ, ਇਹਦੇ ਚਾਰੇ ਸੜਕਾਂ ਦੇ ਕਿਸਾਨ ਆਏ ਆ ਅਸੀਂ। ਤੇ ਇਹ ਸਾਨੂੰ ਜੇਜੀ ਸਾਹਿਬ ਦਾ ਹੁਕਮ ਹੋਇਆ ਸੀ, ਅਸੀਂ ਉਹ ਹੁਕਮ ਚੜਾਇਆ ਗਿਆ ਫੁੱਲ। ਪਰ ਆਏ ਵੀ ਪ੍ਰੈਸ ਵਾਲੇ ਕਹਿੰਦੇ ਇਕੱਲਾ ਇਹੀ ਦੇ ਦਿਓ, ਸਾਡਾ ਥੋੜਾ ਜਿਹਾ ਵੀ ਸਾਰੇ ਜ਼ਿਲ੍ਹਿਆਂ ਦਾ ਸਾਰੀਆਂ ਸੜਕਾਂ ਨਾ ਪਾ ਦਿਆ ਕਰੋ। ਇਹ ਸਾਡੀ ਜਗਜੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਰੋਪੜ, ਬਹੁਤ ਬਹੁਤ ਧੰਨਵਾਦ ਜੀ। ਹੁਣ ਇੱਕ ਮਿੰਟ ਜੀ ਸੰਤਾਂ ਨੂੰ ਕੋਈ ਰੁਝਾਨ ਦੇਣਾ ਚਾਹੁੰਦੇ ਨੇ ਆਪਣੇ ਹਰਮਨਪ੍ਰੀਤ ਸਿੰਘ ਜੀ ਡਿੱਗੀ ਹੋਈ। मैं संतां ਨੂੰ ਬੇਨਤੀ ਕਰਨਾ ਚਾਹੁੰਦਾ आप और जेल पर आंदोलन से जमीन से पीछे हटना पड़ा था। मैं ਸੇਵਾ ਦੀ ਬੇਨਤੀ ਕਰਦਾ, ਜਿਹੜੇ ਸੇਵਾਦਾਰ ਸੇਵਾ ਵੀ ਕਰ ਰਹੇ ਹੋ ਵੀ ਪੰਡਾਲ ਚ ਆ ਜਾਣ। ਜਿਹੜੇ ਸੇਵਾਦਾਰ ਥੋੜੀ ਦੇਰ ਲਈ ਆਪਾਂ ਰੋਕ ਦਾਂਗੇ, ਕਿਉਂਕਿ ਉਸ ਤੋਂ ਬਾਅਦ ਆਪਣੇ 2 ਪ੍ਰਧਾਨ ਇੰਨੀ ਦੇਰ ਤਾਂ ਆ ਜਾਣਾ ਚਾਹੀਦਾ। ਤੁਹਾਡਾ ਮਹਿਮਾਨ ਸਾਹਮਣੇ ਖੜਾ, ਉਹਨੇ ਬੋਲਣਾ। ਛੱਡ ਦੋ ਪਾਣੀ 10 ਮਿੰਟ ਲਈ। ਸਟੇਜ ਤੇ ਹੁਣ पंडाल ਦੇ ਵਿੱਚ ਬੈਠੇ ਹੋਏ ਮੇਰੇ ਕਿਸਾਨ ਵੀਰੋ, ਹੈਲੋ,
ਹੈਲੋ ਹੈਲੋ ਪਲੀਜ਼ ਰੌਲਾ ਨਾ ਪਾਓ। ਸਾਡੇ ਸ਼ਾਸਤਰਾਂ ਦਾ ਇੱਕ ਸ਼ਲੋਕ ਹੈ। सत श्री अकाल। वाहेगुरु जी का खालसा, वाहेगुरु जी की फतेह। हमारे पंजाब के प्रधान गुरदयाल सिंह ढिल्लों जी और हमारे छोटे भाई हरमनप्रीत जी, डिक्की जेजे जी और सभी जिलों के प्रधान और मेरे अपने किसान परिवार के बुजुर्गों, नौजवान साथियों और हमारी बहन बेटियां, चाची और ताई, हमारी महिला शक्ति, आपको अपना हक लेने के लिए मुख्यमंत्री के दरवाजे पे आना पड़ा। कल छोटी होली, परसों धुलंडी। मैं एक ही बात कैप्टन साहब से कहना चाहूंगा, कैप्टन साहब कल तक ये निपटा दो, नहीं तो हरियाणा पंजाब का रिश्ता आपने देख लिया। बॉर्डर पे, टिकरी बॉर्डर पे हमारी खाप है। जो आपके 5 प्यारों थे धर्म सिंह दलाल, उसके वंशज ही रहते हैं। तो इसलिए यदि 5 दिन के अंदर आपने नहीं निपटाया तो मैं घोषणा कर रहा हूं, और घोषणा कभी भी हमारी अधूरी नहीं गई, कि आप लोग और हरियाणा से 5 राज्य से और बुलाएंगे। आज तो सिर्फ एक 80-100 की टोली आ रही है, कुछ आ गए कुछ आ जाएंगे, वो यही रहेंगे। यदि 5 दिन में नहीं निपटा तो जो हम 5 मई से घोषणा करने वाले थे आमरण अनशन की, ये रमेश दलाल इसी स्टेज पे आमरण अनशन करेगा जब तक मुख्यमंत्री आपकी मांग मंजूर नहीं करता। और यहां तो मैं एक बात कहना चाहता हूं, पूरे पंजाब का और सिख बिरादरी का, पूरे हिंदुओं की तरफ से, पूरे देश के किसानों की तरफ से नतमस्तक होकर के आपको इस बात के लिए बधाई देते हैं कि मुगल सबको ही मुसलमान बना के छोड़ देते, आप लोगों ने उनको बचाया, इसलिए आप धन्य हैं। इसलिए जब आपके अधिकार की बात आती है तो जिस प्रकार से कभी 5 प्यारों में धर्म सिंह दलाल ने कहा कि गुरुजी मैं कुर्बानी देने के लिए तैयार हूं, ये दलाल था जिसकी कुचेसर रियासत कैप्टन साहब की तरह आज भी हमारा किला खड़ा है। जिस गंगा को मुगलों से मुक्त करवाने के लिए हमने अपने खून पसीने से वहां पर अपनी शहादत दी और टैक्स से मुगलों से बचा के गंगा को मुक्त करवाया, उसी परिवार से और हमारे धर्म सिंह जी 5 प्यारों में जो आपके गुरु गोविंद सिंह जी सेनापति थे, उस दलाल वंश के होने के कारण यदि 5 दिन में, होली के 2 दिन के बाद यानी मंगल और बुध यदि नहीं हुआ तो मैं 3 तारीख का जो एक जनसभा चौटाला गांव में रखी गई है वो पहले से तय, और जो पहले से हमने तय कर दिया उससे हम कभी मुकरे नहीं। लेकिन 4 तारीख से रमेश दलाल यहां अनशन पर बैठेगा, डेट भी आज ही फिक्स कर देते हैं। एक प्रार्थना है, मेरे साथ आप कोई नहीं बैठोगे, आप रक्षा करोगे, ये पंजाब रक्षा करेगा, क्योंकि एक मिसाल देश में जाए। 5 राज्यों का नेतृत्व तो आपने दे रखा है, कोई आज आए तो रमेश दलाल पे आए, मैं नहीं चाहता मेरे किसान परिवार पे आए। इसलिए आपको मैं गुरुजी की सौगंध देके कहता हूं, मेरे साथ दूसरा कोई अनशन पर नहीं बैठेगा, आप सिर्फ रक्षा करेंगे। मंजूर है इस बात को पार उतारना? इसलिए कैप्टन साहब, दमनकारी नीति नहीं, मरहम लगाओ, हमें जख्म दिए नरेंद्र मोदी ने, और पंजाब के लोगों की 5 राज्यों की पगड़ी की तरफ कोई उंगली उठाए उससे पहले कोई हाथ उस पगड़ी की तरफ बढ़े, उस हाथ को निकाल करके अलग कर दिया जाएगा। आपके मान और सम्मान पर कोई ठेस नहीं पहुंचने दी जाएगी। तो मैं आपकी इजाजत लेके जा रहा हूं। नमस्कार। ਸੋ ਤੁਸੀਂ ਸੁਣਿਆ ਸਟੇਜ ਤੋਂ ਰਮੇਸ਼ ਦਲਾਲ ਨੇ ਵੱਡਾ ਐਲਾਨ ਕਰਤਾ ਹੈ 4 ਤਰੀਕ ਤੋਂ ਬਾਅਦ ਉਹ ਅਨਸ਼ਨ ਦੇ ਉੱਤੇ ਬੈਠ ਜਾਣਗੇ। ਉਹਨਾਂ ਦਾ ਕਹਿਣਾ ਹੈ ਕਿ ਜੇ ਕੈਪਟਨ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਉਸ ਤੋਂ ਬਾਅਦ ਅਨਸ਼ਨ ਸ਼ੁਰੂ ਕੀਤਾ ਜਾਏਗਾ। ਨਾਲ ਹੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਿਹੜੇ ਹੋਰ ਪੰਜਾਬੀ ਨੇ ਉਹ ਅਨਸ਼ਨ ਤੇ ਨਾ ਬੈਠਣ, ਉਹ ਇਕੱਲੇ ਬੈਠਣਗੇ, ਕਿਉਂਕਿ ਦਿੱਲੀ ਦੀਆਂ ਬਰੂਹਾਂ ਉੱਤੇ ਵੀ ਜਿਹੜਾ ਮੋਰਚਾ ਹੈਗਾ ਉਹ ਜਾਰੀ ਚੱਲ ਰਿਹਾ ਹੈ। ਰਿਕੇ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਤੁਸੀਂ ਵੱਡਾ ਐਲਾਨ ਕੀਤਾ 4 ਤਰੀਕ ਨੂੰ, ਤੁਸੀਂ ਕਿਹਾ ਕਿ ਤੁਸੀਂ ਇੱਥੇ ਭੁੱਖ ਹੜਤਾਲ ਦੇ ਉੱਤੇ ਬੈਠ ਜਾਓਗੇ, लगता है कि वो भुख हड़ताल असर उसका नजर आऊगा? क्यों नहीं आएगा? जिस रमेश दलाल ने कभी राजीव गांधी के हत्यारों से लड़ाई लड़ी हो, जो कांग्रेस के लिए जीवन दान रहा हो, जो जैन आयोग
दिल्ली हाई कोर्ट के मुख्य न्यायाधीश का आयोग बैठा, उसने 5 साल लगाए। उसने अपनी रिपोर्ट में लिखा कि रमेश दलाल ने सब कुछ सिद्ध कर दिया। जिस कांग्रेस के लिए, जिस देश के लिए रमेश दलाल का इतना योगदान हो और वो अनशन करेगा, उसका असर क्यों नहीं होगा? और उसका भी असर नहीं होगा तो कांग्रेस खत्म हो जाएगी। मैंने तो कांग्रेस को हमेशा जीवित किया है। मेरा अनशन भी किसानों को भी जीवित करेगा, और यदि कैप्टन साहब मांग मंजूर कर लेंगे तो कांग्रेस भी जीवित होगी। और कांग्रेस ने यदि मरना है तो ये समझ लें कि नरसिंह राव पे मुकदमा दर्ज करवाने की अग्रणी भूमिका रमेश दलाल की थी। गूगल पे जाके सर्च कर लो, उसके गुरु चंद्रा स्वामी को जेल में भिजवाया। तो जब रमेश दलाल प्रधानमंत्री से नहीं डरा और कांग्रेस को रास्ते पर लाया और राजीव गांधी के हत्यारों से लड़ाई लड़ी, तो कैप्टन साहब तो हमारा है, वो हमारी अखिल भारतीय जाट महासभा का प्रधान भी है। और दलाल खाप जाटों की एक बहुत बड़ी खाप है हरियाणा में। और कैप्टन साहब हमारे कांग्रेस के मुख्यमंत्री तो है ही, वो लोकप्रिय मुख्यमंत्री हैं जो प्रधानमंत्री तक जा सकते हैं, हम उनके साथ हैं। तो मुझे भरोसा है कैप्टन साहब न्याय करेंगे। वो न्याय नहीं करेंगे तो हम लड़ेंगे, जैसे नरसिंह राव से लड़े हम लड़ेंगे। फिर कांग्रेस हमारी क्या है? कुछ भी नहीं है। जी, आपने कहा कि आप अकेले भूख हड़ताल पर बैठेंगे, दूसरा कोई नहीं बैठेगा। दूसरे का क्या कारण मानते हो आप? मैं इसलिए मानता हूं कि शक्ति नहीं बटनी चाहिए, इनमें जोश देखना चाहता हूं। एक आदमी कल को कोई ऊक चूक हो जाए तो शहादत पहले भी गुरु गोविंद सिंह जी के लिए भी हमारे दलाल वंश के धर्म सिंह दलाल 5 प्यारे जो सेनापति गुरु गोविंद सिंह जी के, वो आगे आए थे। तो हमारी पंजाब के प्रति एक श्रद्धा है। क्या श्रद्धा है? आप ये ख्याल रखना, इतिहास का पन्ना पन्ना उठा के देख लो। गुरु गोविंद सिंह जी लड़ाई नहीं लड़ते, खालसा की स्थापना नहीं करते, तो आज हम नहीं होते, मुसलमान होते। ये रमेश दलाल, चौधरी रमेश दलाल ने होके ये रमेश मियाँ होता। तो आप इस बात को समझ लो, जिन्होंने ये कुर्बानी दी उनके लिए मैं अपनी जान की बाजी लगाऊंगा और आमरण अनशन करूंगा और न्याय दिलवा के जाऊंगा। अगर जैसे नरेंद्र मोदी की सरकार अड़ी हुई है, पंजाब सरकार भी अड़ जाए, मसला हल ना करे जल्दी, क्या नुकसान हो सकता है सरकार को? देखिए, यदि कांग्रेस की दोबारा सरकार बनानी है और देश में कांग्रेस को वापस लाना है तो उसका रास्ता पंजाब से ही जाएगा। ये बात एक इतना ही बहुत है। यदि कांग्रेस को अपनी कब्र खोदनी है तो खोद ले। यदि मुझे कुछ ऊक चूक हो गई तो देश में एक ये इतिहास तो बनेगा कि जिसने राजीव गांधी की हत्यारों की लड़ाई लड़ी, सोनिया गांधी की, राहुल गांधी की लड़ी, जिसने चंद्रा स्वामी को जेल में भिजवाया, जिसने नरसिंह राव पे मुकदमा दर्ज करवाने के लिए भूमिका अदा की, वो यदि यहाँ पर शहीद करवा दिया तो कांग्रेस तो मैं नहीं समझता कहीं रहेगी। लेकिन मैं कांग्रेस का विरोधी नहीं हूँ। मैं चाहता हूँ कि कांग्रेस और कम से कम कैप्टन अमरिंदर सिंह, यदि और किसी को कोई प्रधानमंत्री नहीं बनने दे रहा तो हमारे कैप्टन साहब अग्रणी भूमिका निभा के उसमें जाएं और तभी ਗੱਲਬਾਤ ਕਰਾਂਗੇ ਰੋਡ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਜੀ ਨਾਲ। ਜਗਜੀਤ ਸਿੰਘ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਤੇ ਅੱਗੇ ਬੈਠੇ ਹੋ? ਸਾਡੀ ਤਾਂ ਭਾਜੀ ਇੱਕ ਹੀ ਮੰਗ ਹੈ ਇੱਥੇ ਅੱਜ ਪੰਜਾਬ ਸਰਕਾਰ ਤੋਂ। ਅਸੀਂ 15 ਜਨਵਰੀ ਨੂੰ ਵੀ ਇੱਥੇ ਆਏ ਸੀ, ਉਦੋਂ ਵੀ ਇਹਨਾਂ ਨੇ ਕੋਈ, ਜਦੋਂ ਅਸੀਂ ਪ੍ਰੋਟੈਸਟ ਕੀਤਾ ਇੱਥੇ, ਅਸੀਂ ਧਰਨਾ ਦਿੱਤਾ ਇਸ ਚੌਂਕ ਤੇ ਇਹਨਾਂ ਨੇ ਇੱਕ ਕਮੇਟੀ ਬਣਾਈ ਪੰਜਾਬ ਸਰਕਾਰ ਨੇ। 2 IAS ਅਫਸਰ ਸੀਗੇ ਤੇ ਇੱਕ ਵਿਜੇਂਦਰਜੀਤ ਸਿੰਗਲਾ ਜਿਹੜੇ ਆਪਣੇ PWD ਮਿਨਿਸਟਰ ਨੇ, ਉਹਨਾਂ ਨੇ ਸਾਡੇ ਨਾਲ 2 ਮੀਟਿੰਗਾਂ ਕੀਤੀਆਂ ਨੇ। ਉਹਦੇ ਵਿੱਚ ਇਹਨਾਂ ਨੇ ਥੋੜੀ ਜਿਹੀ ਰਿਲੀਫ ਸਾਨੂੰ ਦਿੱਤੀ ਆ। ਵੇਖੋ, ਅਸੀਂ ਜੋ ਕਿ ਇਹਨਾਂ ਨੇ ਥੋੜੀ ਜਿਹੀ ਰਿਲੀਫ ਸਾਨੂੰ ਦਿੱਤੀ ਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਬਾਕੀ ਨਹੀਂ, ਉਹਦੇ ਨਾਲ ਅਸੀਂ ਸੰਤੁਸ਼ਟ ਨਹੀਂ। ਉਹਨਾਂ ਨੇ ਸਾਨੂੰ ਲਿਖਤੀ ਦੇਣਾ ਸੀ, ਸਾਰਾ ਰਿਟਨ ਦੇ ਵਿੱਚ ਦੇਣਾ ਸੀ, ਜੋ ਸਾਡੇ ਸਮਝੌਤੇ, ਜੋ ਉਹਨਾਂ ਨੇ ਮੰਗਾਂ ਸਾਡੀਆਂ ਮੰਨੀਆਂ ਨੇ। ਬਾਕੀ ਇਹਨਾਂ ਨੇ ਉਦੋਂ ਬਾਅਦ ਸਾਡੇ ਨਾਲ ਮੀਟਿੰਗਾਂ ਜਿਹੜੀਆਂ ਸਿਲਸਿਲਾ ਤੋੜ ਲਿਆ ਤੇ ਨਾ ਸਾਨੂੰ ਕੋਈ ਇਹਨਾਂ ਨੇ ਲਿਖਤੀ ਦਿੱਤਾ, ਨਾ ਸਾਨੂੰ ਕੋਈ ਇਹਨਾਂ ਨੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਕੋਈ ਆਰਡਰ ਦਿੱਤੇ। ਫਿਰ ਸਾਨੂੰ ਇਹ ਆਖਰ ਫਿਰ ਦੁਬਾਰਾ ਇਸ ਰਾਹ ਤੇ ਤੁਰਨਾ ਪਿਆ, ਕਿਉਂਕਿ ਤੁਹਾਨੂੰ ਪਹਿਲਾਂ ਹੀ ਪਤਾ ਕਿ ਜਿਵੇਂ ਸਾਡੇ ਕਿਸਾਨ, ਅਸੀਂ ਵੀ ਉਹਨਾਂ ਦੇ ਵਿੱਚ ਸ਼ਾਮਲ ਹਾਂ ਤੇ 4 ਮਹੀਨਿਆਂ ਤੋਂ 4 ਮਹੀਨਿਆਂ ਤੋਂ ਵੀ ਉੱਪਰ ਟੱਪਣ ਜਾ ਰਿਹਾ ਟਾਈਮ। ਦਿੱਲੀ ਦੇ ਬਾਰਡਰਾਂ ਤੇ ਅਸੀਂ ਬੈਠੇ ਹਾਂ ਤੇ ਸਾਡੀ ਪਿੱਠ ਪਿੱਛੇ ਇਹ ਪੰਜਾਬ ਸਰਕਾਰ, ਦਿੱਲੀ ਦੇ ਪ੍ਰੋਜੈਕਟ ਇਹਨਾਂ ਨੂੰ ਲੈ ਕੇ ਨਹੀਂ ਆਉਣੇ ਚਾਹੀਦੇ ਜਿੰਨਾ ਚਿਰ ਤੱਕ ਮੋਦੀ ਤਾਂ ਸਾਡੀ ਕੋਈ ਗੱਲ ਮੰਨਣ ਨੂੰ ਹਾਲੇ ਤੱਕ ਤਿਆਰ ਨਹੀਂ। ਜਿਹੜੇ 3 ਕਾਲੇ ਕਾਨੂੰਨ ਸਾਡੇ ਤੇ ਥੋਪੇ ਨੇ ਇਹਨਾਂ ਨੇ, ਅਸੀਂ ਤੇ ਉਹਨਾਂ ਤੋਂ ਨਿਜਾਤ ਪਾਉਣ ਵਾਸਤੇ ਦਿੱਲੀ ਵਿਖੇ ਧਰਨੇ ਲਾ ਕੇ ਬੈਠੇ ਹਾਂ, ਆਪਣਾ ਪਰਿਵਾਰ ਛੱਡ ਕੇ ਬੈਠੇ ਹਾਂ। ਤੇ ਇਹ ਸੈਂਟਰ ਦੀ ਸਰਕਾਰ ਨਾਲ ਰਲ ਕੇ ਤੇ ਪੰਜਾਬ ਦੇ ਵਿੱਚ ਸੜਕਾਂ ਬਣਾਉਣੀਆਂ ਚਾਹੁੰਦੇ ਨੇ। ਮਹਿਜ ਇੱਕ ਕੌਡੀਆਂ ਦੇ ਦਾਮ ਤੇ ਅਸੀਂ ਦੱਸਦਿਆਂ ਵੀ ਸਾਨੂੰ ਸ਼ਰਮ ਆਉਂਦੀ ਆ ਕਿ ਜੋ ਰੇਟ ਸਾਡੀਆਂ ਜ਼ਮੀਨਾਂ ਦੇ ਪਾ ਰਹੇ ਨੇ, ਇੱਕ ਮਿੱਟੀ ਦਾ ਰੇਟ ਵੀ ਸਾਨੂੰ ਨਹੀਂ ਦੇ ਰਹੇ। ਮਿਲ ਜਿਹੜਾ ਸਾਨੂੰ ਪਤਾ ਲੱਗਾ ਜੀ, ਇਹ 3 ਵੱਡੇ ਰੋਡ ਜਿਹੜੇ ਨੇ ਐਕਸਪ੍ਰੈਸ ਵੇ ਆ,
ਜਿਹੜੀ ਇੱਕ ਜੰਮੂ ਦਿੱਲੀ ਕਟੜਾ ਪੰਜਾਬ ਦੇ ਵਿੱਚੋਂ ਦੀ ਐਂਟਰ ਹੋ ਕੇ ਜਾ ਰਹੀ ਆ, ਇੱਕ ਜਾਮਨਗਰ ਅੰਮ੍ਰਿਤਸਰ, ਇਹ 2 ਵੱਡੇ ਪ੍ਰੋਜੈਕਟ ਨੇ ਤੇ ਬਾਕੀ ਛੋਟੇ ਪ੍ਰੋਜੈਕਟ ਨੇ 5-7 ਜਿਹੜੀਆਂ ਇਹ ਜਿਵੇਂ ਬਾਈਪਾਸ ਕੱਢ ਰਹੇ ਨੇ, ਕੋਈ ਜਲੰਧਰ ਦੇ ਉੱਤੋਂ ਦੀ, ਕੋਈ ਪਟਿਆਲੇ ਦੇ ਉੱਤੋਂ ਦੀ, ਕੋਈ ਆਪਣਾ ਬੱਲੂਵਾਲ ਲੁਧਿਆਣਾ, ਐਵੇਂ ਕਰਕੇ ਜਿਹੜੇ ਪ੍ਰੋਜੈਕਟ ਨੇ ਪੰਜਾਬ ਸਰਕਾਰ ਜਿਹੜੀ ਆ ਇਹ ਵੀ ਕੱਢ ਰਹੀ ਆ। ਤੇ ਇਹ ਮਹਿਜ ਇੱਕ ਕਿਸਾਨਾਂ ਦੇ ਨਾਲ ਮਖੌਲ ਕਰ ਰਹੇ ਨੇ। ਸਾਨੂੰ ਦੱਸਦਿਆਂ ਵੀ ਸ਼ਰਮ ਆ ਰਹੀ ਬਾਈ। ਨਹੀਂ, ਕੀ ਰੇਟ ਹੋਣਾ ਚਾਹੀਦਾ, ਕੀ ਮੰਗਦੇ ਹੋ, ਡਿਮਾਂਡ ਕੀ ਤੁਹਾਡੀ? ਡਿਮਾਂਡ ਸਾਡੀ ਹੈ ਜਿਵੇਂ ਪਹਿਲੀ ਅਕਾਲੀ ਸਰਕਾਰ ਨੇ ਕਿੰਨੇ ਥਰਮਲ ਪਲਾਂਟ ਲਾਏ ਨੇ, ਉਹਨਾਂ ਨੇ ਕਿੰਨੇ ਪ੍ਰੋਜੈਕਟ ਉਹਨਾਂ ਨੇ ਲਾਏ ਨੇ ਪੰਜਾਬ 'ਚ, ਕਿੰਨੀਆਂ ਸੜਕਾਂ ਦੇ ਜਾਲ ਵਿਛਾਏ ਨੇ। ਸਾਡੀ ਮੰਗ ਇਹੀ ਆ ਕਿ ਜੇ ਇਹਨਾਂ ਦੇ ਅਫਸਰਾਂ ਦੀਆਂ ਜਾਂ ਮੁੱਖ ਮੰਤਰੀ ਸਾਹਿਬ ਦੀਆਂ ਜਾਂ ਇਹਨਾਂ ਦੇ ਮੰਤਰੀਆਂ ਦੀਆਂ ਕੋਈ ਤਨਖਾਹਾਂ ਘਟੀਆਂ ਨੇ ਤੇ ਸਾਡੇ ਵੀ ਰੇਟ ਜਿਹੜੇ ਆ ਉਹ ਘਟਾ ਦੇਣ। ਇਹਨਾਂ ਦੀਆਂ ਤਨਖਾਹਾਂ, ਇਹਨਾਂ ਦੀਆਂ ਪੈਨਸ਼ਨਾਂ, ਇਹਨਾਂ ਦੇ ਭੱਤੇ ਵੱਧ ਕੇ 4-4 5-5 ਗੁਣਾ ਹੋ ਗਏ ਤੇ ਸਾਡੀ ਜ਼ਮੀਨ ਦੇ ਜਿਹਦਾ 1.5 ਤੋਂ 6 ਕਰੋੜ ਤੱਕ ਅਕਾਲੀ ਸਰਕਾਰ ਨੇ ਪੈਸੇ ਦਿੱਤੇ ਨੇ, ਉਹ ਹੁਣ ਮਹਿ ਸਾਨੂੰ ਹੁਣ ਜਿਹੜਾ ਪਤਾ ਲੱਗਾ 50 ਤੋਂ 60 ਲੱਖ ਰੁਪਏ ਤੇ ਸਰਕਾਰ ਆਈ ਆ। ਤੇ ਜਿਹੜਾ ਅਸੀਂ ਪੁੱਛਦੇ ਹਾਂ ਵੀ ਜਿਹੜੇ ਉਤਲੇ ਕਰੋੜਾਂ ਰੁਪਏ ਉਹ ਕਿੱਧਰ ਜਾ ਰਹੇ, ਸਾਨੂੰ ਸਮਝ ਨਹੀਂ ਆ ਰਹੀ। ਉਦੋਂ ਵੀ ਮੋਦੀ ਦੀ ਸਰਕਾਰ ਸੀ ਸੈਂਟਰ 'ਚ ਤੇ ਹੁਣ ਵੀ ਮੋਦੀ ਦੀ ਸਰਕਾਰ ਹੀ ਆ। ਉਹ ਪੈਸਿਆਂ ਦੀ ਸਮਝ ਨਹੀਂ ਆ ਰਹੀ ਵੀ ਉਹ ਪੈਸੇ ਜਾ ਕਿੱਥੇ ਰਹੇ ਨੇ। ਜੇ NHI ਵਾਲਿਆਂ ਨਾਲ ਸਾਡੀ ਮੀਟਿੰਗ ਹੋਈ, ਆਂਦੇ ਜੀ ਸਾਡੇ ਕੋਲ ਇੰਨਾ ਕੁ ਰੁਪਈਆ ਪਿਆ, ਅਸੀਂ ਤੁਹਾਨੂੰ ਦੱਸ ਨਹੀਂ ਸਕਦੇ। ਇਹ ਤਾਂ ਸਿਰਫ ਪੰਜਾਬ ਸਰਕਾਰ ਨੇ ਲਿਖ ਕੇ ਦੇਣਾ ਵੀ ਇੰਨੇ ਪੈਸੇ ਕਿਸਾਨਾਂ ਨੂੰ ਦੇ ਦਿਓ। ਨਹੀਂ, ਜੇ ਗੱਲ ਇੱਦਾਂ ਹੈ ਕਿ ਕੇਂਦਰ ਦੇ ਪ੍ਰੋਜੈਕਟ ਹੈਗੇ ਨੇ, ਕੇਂਦਰ ਦਿੱਲੀ ਦੇ ਵਿੱਚ ਆਲਰੇਡੀ ਕਿਸਾਨ ਬੈਠੇ ਹੋਏ ਨੇ ਤੇ ਮਸਲਾ ਵੀ ਕੇਂਦਰ ਨੇ ਹੱਲ ਕਰਨਾ ਹੈ, ਫਿਰ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੀ ਬਜਾਏ ਦਿੱਲੀ ਜਾ ਕੇ ਧਰਨਾ ਦੇਣਾ ਚਾਹੀਦਾ ਹੈ? ਕਿਸਾਨ ਆਗੂਆਂ ਨੂੰ ਕਹਿਣਾ ਚਾਹੀਦਾ ਕਿ ਆਹ ਵੀ ਜਿਹੜੀ ਮੰਗ ਹੈਗੀ ਵਿੱਚ ਐਡ ਕਰੋ। ਦੇ ਭਾਜੀ, ਪੰਜਾਬ ਸਰਕਾਰ ਜਿਹੜੀ ਇਹਦੇ ਵਿੱਚ ਰੋਡ ਜਿਹੜੀ ਜ਼ਮੀਨ ਅਕਵਾਇਰ ਕਰ ਰਹੀ ਹੈ, ਪੰਜਾਬ ਸਰਕਾਰ ਉਹਦੇ ਵਿੱਚ ਇਨਵੋਲਵ ਨੇ। ਇਹਨਾਂ ਦੇ ਅਫਸਰ ਜਿਹੜੇ ਆ ਉਹ ਜ਼ਮੀਨ ਅਕਵਾਇਰ ਕਰਕੇ ਸੈਂਟਰ ਸਰਕਾਰ ਨੂੰ ਦੇ ਰਹੇ ਨੇ। ਪੰਜਾਬ ਸਰਕਾਰ ਦੀ ਉਹਦੇ 'ਚ ਭਾਗੀਦਾਰੀ ਆ। ਪੰਜਾਬ ਸਰਕਾਰ ਨੇ ਹੀ ਇਹਨਾਂ ਕੋਲ ਪ੍ਰੋਜੈਕਟ ਮੰਗ ਕੇ ਲਿਆਂਦੇ ਨੇ। ਪੰਜਾਬ ਸਰਕਾਰ ਹੀ ਇਹਨਾਂ ਨੂੰ ਜਿਹੜੀ ਜ਼ਮੀਨ ਅਕਵਾਇਰ ਕਰਕੇ ਦੇ ਰਹੀ ਆ ਤਾਂ ਅਸੀਂ ਤਾਂ ਰੋਣਾ ਇਹਨਾਂ ਕੋਲ ਰੋ ਰਹੇ ਹਾਂ ਆਪਣਾ। ਕੇਂਦਰ ਸਰਕਾਰ ਦੇ ਅੱਗੇ ਫਿਰ ਕਿਸਾਨ ਆਗੂ ਇਹ ਮੰਗ ਕਿਉਂ ਨਹੀਂ ਚੁੱਕ ਰਹੇ, ਕੀ ਲੱਗਦਾ? ਉਹਨਾਂ ਨਾਲ ਅਸੀਂ ਬੜੀ ਵਾਰੀ ਉਹਨਾਂ ਨੂੰ ਬੇਨਤੀ ਕੀਤੀ ਹੈ, ਅੱਗੇ ਵੀ ਜਾ ਕੇ ਸਾਡੇ ਵੀ ਜਥੇਬੰਦੀ ਜਾਂਦੀ ਰਹੀ ਉੱਥੇ, ਕਿਸਾਨ ਰੋਡ ਸੰਘਰਸ਼ ਕਮੇਟੀ, ਉੱਥੇ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ। ਪਤਾ ਨਹੀਂ ਉਹਨਾਂ ਦੇ ਮਨ ਦੇ ਵਿੱਚ ਮੰਨਣ 'ਚ ਕੀ ਆਇਆ ਵੀ ਇਹਨਾਂ ਦੀ ਨਿੱਜੀ ਜੇਬ ਦਾ ਯਾਨੀ ਕਿ ਕੋਈ ਸਵਾਲ ਹੈ। ਬਾਕੀ ਅਸੀਂ ਸਮਝਦੇ ਨਹੀਂ, ਉਹਨਾਂ ਨੂੰ ਇਹ ਸਮਝਣਾ ਚਾਹੀਦਾ ਸਾਡੇ ਆਗੂਆਂ ਨੂੰ ਵੀ ਕਿ ਜਿਹੜਾ ਉਹ ਤਾਂ ਸਾਰੀ ਦੁਨੀਆ ਨਾਲ ਹੋਣਾ, ਇਹ ਤਾਂ ਸਿਰਫ ਇਕੱਲੇ ਕਿਸਾਨ ਦੇ ਨਾਲ ਜਿਹੜਾ ਹੋ ਰਿਹਾ। ਪੰਜਾਬ ਦੀ 25,000 ਏਕੜ, ਇੱਕ ਨਹੀਂ ਅੱਧਾ ਕਿੱਲਾ, 25,000 ਏਕੜ ਇਹਨਾਂ ਦੇ ਰੋਡਾਂ ਦੇ ਵਿੱਚ ਜਾ ਰਹੀ ਆ। ਕੁਝ ਸੈਂਟਰ ਸਰਕਾਰ ਦਾ ਜਿਹੜਾ ਮਨਸ਼ੇ ਨੇ ਅਡਾਨੀਆਂ ਬਾਨੀਆਂ ਨੂੰ ਜਿਹੜੀ ਆ ਉਹ ਸਹੂਲਤ ਪਹੁੰਚਾਉਣ ਦੀ, ਤੁਹਾਨੂੰ ਪ੍ਰੋਜੈਕਟਾਂ ਨੂੰ ਜ਼ਮੀਨ ਦੇਣ ਦੀ, ਕਿ ਕੁਝ ਕਿਸਾਨਾਂ ਕੋ ਖੋ ਕੇ ਜ਼ਮੀਨਾਂ ਦੇ ਆਪਣੀਆਂ ਰੋਡਾਂ ਦੇ ਥੱਲੇ ਜ਼ਮੀਨ ਦੇ ਦਿਓ, ਤੇ ਕੁਝ ਜਿਹੜੇ ਕਾਲੇ ਕਾਨੂੰਨ ਜਿਹੜੇ ਇਹਨਾਂ 3 ਬਣਾਤੇ ਤੇ ਉਹਦੇ ਰਾਹੀਂ ਉਹ ਹੜੱਪਣ ਦੀ ਜ਼ਮੀਨ ਜਿਹੜੀ ਨੀਤੀ ਆ ਉਹ ਪੰਜਾਬ ਸਰਕਾਰ ਵੀ ਉਹਦੇ ਵਿੱਚ ਇਨਵੋਲਵ ਹੋ ਗਈ। ਦੂਜੇ ਪਾਸੇ ਵੱਡੀ ਗਿਣਤੀ ਵਿੱਚ ਪੁਲਿਸ ਵਾਲੇ ਤਾਇਨਾਤ ਹੋ ਚੁੱਕੇ ਨੇ। ਸਾਹਮਣੇ ਟਰਾਲੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ। ਇਹ ਪੰਜਾਬ ਦੀਆਂ ਤਸਵੀਰਾਂ ਨੇ, ਨਾ ਕਿ ਦਿੱਲੀ ਦੀਆਂ ਤਸਵੀਰਾਂ। ਸੋ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰ ਦੇ ਵਿਰੁੱਧ ਵੀ ਕਿਸਾਨਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜ਼ਮੀਨਾਂ ਦਾ ਜੇ ਉਹਨਾਂ ਨੂੰ ਬਣਦਾ ਮੁੱਲ ਨਾ ਮਿਲਿਆ, ਜਿਹੜੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਨੈਸ਼ਨਲ ਹਾਈਵੇ ਦੇ ਲਈ, ਤਾਂ ਉਹ ਵੱਡਾ ਸੰਘਰਸ਼ ਵਿੱਢਣਗੇ ਕੈਪਟਨ ਸਰਕਾਰ ਦੇ ਵਿਰੁੱਧ। ਅਗਲੇ ਸਾਲ ਚੋਣਾਂ ਹੋਣ ਜਾ ਰਹੀਆਂ ਨੇ, ਉਸ ਤੋਂ ਪਹਿਲਾਂ ਕਿਸਾਨ ਅੰਦੋਲਨ ਚੱਲ ਰਿਹਾ ਦਿੱਲੀ ਦੀਆਂ ਬਰੂਹਾਂ ਉੱਤੇ, ਤੇ ਪੰਜਾਬ ਦੇ ਵਿੱਚ ਵੀ ਕਿਸਾਨ ਜਿਹੜੇ ਹੈਗੇ ਨੇ ਉਹ ਧਰਨੇ ਉੱਤੇ ਬੈਠ ਗਏ ਨੇ। ਇੱਥੇ ਵੀ ਉੱਦਾਂ ਹੀ ਲੰਗਰ ਚੱਲ ਰਹੇ ਨੇ ਜਿਵੇਂ ਦਿੱਲੀ ਦੀਆਂ ਬਰੂਹਾਂ ਉੱਤੇ ਲੰਗਰ ਚੱਲ ਰਹੇ ਨੇ। ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਥੇ ਲੰਗਰ ਵੀ ਚੱਲ ਰਹੇ ਨੇ। ਇਹ ਬਿਲਕੁਲ ਉਵੇਂ ਦਾ ਹੀ ਦ੍ਰਿਸ਼ ਹੈਗਾ ਜੋ ਦਿੱਲੀ ਦੀਆਂ ਬਰੂਹਾਂ ਉੱਤੇ ਪਹਿਲਾਂ ਦੇਖਣ ਨੂੰ ਮਿਲਿਆ। ਜਿਵੇਂ ਉੱਥੇ ਲੰਗਰ ਚੱਲਦੇ ਨੇ, ਸੰਘਰਸ਼ ਲੜਿਆ ਜਾ ਰਿਹਾ ਸੀਗਾ, ਉਵੇਂ ਸੰਘਰਸ਼ ਇੱਥੇ ਲੜਿਆ ਜਾ ਰਿਹਾ ਹੈ। ਇਸ ਮੁੰਡੇ ਦੀ ਜਤਿੰਦਰ ਸੰਧੂ ਦੀ ਜੋ ਇਹਨੇ ਮਿਹਨਤ ਕੀਤੀ ਹੈ, ਉਸ ਮਿਹਨਤ ਨੂੰ ਰੰਗ ਲੱਗ ਗਿਆ। ਸੋ ਤੁਸੀਂ ਦੇਖੋ ਇੱਥੇ ਲੰਗਰ ਵੀ ਚੱਲ ਰਹੇ ਨੇ, ਬਿਲਕੁਲ ਉਵੇਂ ਹੀ ਸੰਘਰਸ਼ ਲੜਿਆ ਜਾ ਰਿਹਾ ਹੈ ਜਿਵੇਂ ਦਿੱਲੀ ਦੇ ਵਿੱਚ ਸੰਘਰਸ਼ ਲੜਿਆ ਜਾ ਰਿਹਾ ਸੀਗਾ। ਉਵੇਂ ਹੀ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਇੱਥੇ ਪੁੱਜੇ ਹੋਏ ਨੇ। ਮਾਣ ਦਿੱਤਾ ਇਸ ਮੁੰਡੇ ਨੂੰ, ਸੋ ਉਹਨਾਂ ਵਾਸਤੇ ਵੀ ਤਾੜੀਆਂ ਬਣਦੀਆਂ ਨੇ। ਬਿਲਕੁਲ ਤੁਸੀਂ ਦੇਖੋ ਇਹ ਵਾਲੀਆਂ ਤਸਵੀਰਾਂ, ਸਾਡੇ ਪ੍ਰਧਾਨ ਜੀ ਨੇ ਇਹ ਤਸਵੀਰਾਂ ਤੁਹਾਨੂੰ ਪਹਿਲਾਂ ਦਿੱਲੀ ਦੇ ਵਿੱਚ ਦੇਖਣ ਨੂੰ ਮਿਲਦੀਆਂ ਸਨ ਕਿ ਕਿਵੇਂ ਉੱਥੇ ਸੰਘਰਸ਼ ਲੜਿਆ ਜਾ ਰਿਹਾ ਸੀਗਾ। ਹੁਣ ਪੰਜਾਬ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿਰੁੱਧ ਸੰਘਰਸ਼ ਸ਼ੁਰੂ ਹੋਇਆ। ਬਾਈ ਜੀ, ਇਹ ਚੀਜ਼ਾਂ ਸਾਰੀਆਂ ਦਿੱਲੀ ਸੰਘਰਸ਼ ਤੋਂ ਸਿੱਖੀਆਂ? ਹਾਂਜੀ ਹਾਂਜੀ ਉਵੇਂ ਹੀ ਉੱਥੇ ਸੇਵਾ ਕਰਦੇ ਸੀ, ਉਵੇਂ ਹੀ ਇੱਥੇ? ਬਿਲਕੁਲ ਬਿਲਕੁਲ, ਉੱਥੇ ਵੀ ਸੇਵਾ ਕਰਦੇ ਰਹੇ, ਇੱਥੇ ਵੀ ਕਰ ਜੇ ਇੱਥੇ ਲੰਮਾ ਮੋਰਚਾ ਚੱਲਿਆ ਤਾਂ ਵੀ ਤਿਆਰ ਹੋ? ਹਾਂਜੀ ਤਿਆਰ ਆਂ ਪੂਰੇ ਹੀ। ਰਾਜਸਥਾਨ ਤੋਂ, ਗੁਜਰਾਤ ਤੋਂ ਉਹ ਸੰਗਤ ਆਪਣੇ ਵਿੱਚ ਪਹੁੰਚੀ ਹੈ, ਉਹਨਾਂ ਨੂੰ ਜੀਆਂ ਆਖਿਆ ਜਾਂਦਾ ਹੈ। ਬਹੁਤ ਦਿੱਲੀ, ਰਾਜਸਥਾਨ,
ਗੁਜਰਾਤ ਤੋਂ ਵੀ ਸੰਗਤਾਂ ਇੱਥੇ ਪੁੱਜੀਆਂ ਹੋਈਆਂ ਨੇ, ਉਹਨਾਂ ਦਾ ਜੀ ਆਇਆ ਆਖਿਆ ਜਾ ਰਿਹਾ ਹੈ। ਹੁਣ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਦੂਜੇ ਪਾਸੇ ਦੀਆਂ। ਜਦੇ ਪਹੁੰਚੇ ਨੇ, ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਜਨਾਬ ਸਾਹਿਬ ਜੀ ਦਾ। ਉਹ ਵੀ ਥੋੜੀ ਦੇਰ ਤੱਕ ਆਪਣੇ ਰੂਬਰੂ ਹੋਣ ਵਾਲੇ ਨੇ। ਮੰਨਿਆ ਜਾ ਰਿਹਾ ਕਿ ਇੱਥੋਂ ਦੇ ਕਿਸਾਨ ਜਿਹੜੇ ਹੈਗੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਵੱਧ ਸਕਦੇ ਨੇ। ਜੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਕਿਸਾਨ ਵੱਧਦੇ ਨੇ ਤਾਂ ਇਸ ਨਾਲ ਇੱਕ ਵੱਡਾ ਆਪਾਂ ਕਹਿ ਸਕਦੇ ਹਾਂ ਸੰਘਰਸ਼ ਦੇਖਣ ਨੂੰ ਮਿਲ ਸਕਦਾ ਹੈ, ਕਿਉਂਕਿ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸਾਂ ਵੀ ਤਾਇਨਾਤ ਹੋ ਗਈਆਂ ਨੇ ਤੇ ਜੋ ਸਥਿਤੀ ਨੂੰ ਭਾਂਪਿਆ ਜਾ ਰਿਹਾ ਹੈ, ਸਥਿਤੀ ਤੋਂ ਇਹ ਲੱਗ ਰਿਹਾ ਹੈ ਕਿ ਇੱਥੇ ਕਿਸਾਨਾਂ ਦੀ ਗਿਣਤੀ ਹੋਰ ਜ਼ਿਆਦਾ ਵਧੇਗੀ ਤੇ ਜੇ ਕਿਸਾਨਾਂ ਦੀ ਗਿਣਤੀ ਵੱਧਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਜ਼ਿਆਦਾ ਤਿੱਖਾ ਹੋਏਗਾ। ਹੁਣ ਤੁਹਾਨੂੰ ਦਿਖਾਉਂਦੇ ਆ ਕਿ ਇੱਥੇ ਵੀ ਕਿਸਾਨ ਪੂਰੇ ਪੱਕੇ ਪੈਰ ਆਏ ਹੋਏ ਨੇ। ਉਹਨਾਂ ਦਾ ਕਹਿਣਾ ਹੈ ਕਿ ਸੰਘਰਸ਼ ਲੰਮਾ ਚੱਲਦਾ ਹੈ ਤਾਂ ਅਸੀਂ ਲੰਮੇ ਸੰਘਰਸ਼ ਲਈ ਪੂਰੇ ਤਿਆਰ ਹਾਂ। ਗੱਦੇ ਨਾਲ ਲੈ ਕੇ ਆਏ ਨੇ ਟਰਾਲੀਆਂ ਦੇ ਵਿੱਚ, ਤੁਸੀਂ ਦੇਖੋ ਇੱਥੇ ਵੀ ਜਿਵੇਂ ਦਿੱਲੀ ਦੇ ਵਿੱਚ ਪੂਰੀਆਂ ਤਿਆਰੀਆਂ ਕਰਕੇ ਗਏ ਸੀ, ਖਾਣ ਪੀਣ ਦਾ ਸਮਾਨ ਨਾਲ ਲੈ ਕੇ ਗਏ ਸੀ, ਗੱਦੇ ਨਾਲ ਲੈ ਕੇ ਗਏ ਹੋਏ ਸੀ। ਇੱਥੇ ਵੀ ਤੁਸੀਂ ਦੇਖੋ ਟਰੈਕਟਰ ਟਰਾਲੀਆਂ ਦੇ ਵਿੱਚ ਗੱਦੇ ਵੀ ਪਏ ਹੋਏ ਨੇ ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਵਿਰੁੱਧ ਇਹ ਮੋਰਚਾ ਲਾਇਆ ਹੈ। ਪਹਿਲਾਂ ਜਿਹੜਾ ਮੋਰਚਾ ਸੀਗਾ ਉਹ ਕੇਂਦਰ ਸਰਕਾਰ ਦੇ ਵਿਰੁੱਧ ਸੀਗਾ, ਉਵੇਂ ਦਾ ਹੀ ਦ੍ਰਿਸ਼ ਹੁਣ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਹੈ। ਟਰੈਕਟਰ ਟਰਾਲੀਆਂ ਲੈ ਕੇ ਆਏ ਹੋਏ ਨੇ ਕਿਸਾਨ, ਤੁਸੀਂ ਦੇਖੋ ਇੱਧਰ ਵੀ। ਲੇਕਿਨ ਇਹ ਜਿਹੜਾ ਮੋਰਚਾ ਲਗਾਇਆ ਗਿਆ ਇਹ ਕੇਂਦਰ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿਰੁੱਧ ਲਗਾਇਆ ਗਿਆ, ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਨੈਸ਼ਨਲ ਹਾਈਵੇ ਦੇ ਵਾਸਤੇ, ਉਹਨਾਂ ਨੂੰ ਬਣਦਾ ਮੁੱਲ ਨਹੀਂ ਮਿਲ ਰਿਹਾ। ਬਾਪੂ ਜੀ ਕੀ ਨਾਮ ਤੁਹਾਡਾ? ਸੁਖਵਿੰਦਰ ਸਿੰਘ ਜੀ। ਸੁਖਵਿੰਦਰ ਸਿੰਘ ਜੀ ਅੰਮ੍ਰਿਤਸਰ ਤੋਂ ਆਏ ਹਾਂ। ਅੰਮ੍ਰਿਤਸਰ ਤੋਂ ਆਏ ਹੋ, ਉਵੇਂ ਦਾ ਹੀ ਨਜ਼ਾਰਾ ਜਿਵੇਂ ਦਿੱਲੀ ਦੇ ਵਿੱਚ ਕਿਸਾਨਾਂ ਨੇ ਮੋਰਚਾ ਕੱਢਿਆ ਹੋਇਆ। 10 ਦਿਨ ਉਤਰ ਹੀ ਆ ਜੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਟਰੈਕਟਰ ਟਰਾਲੀਆਂ ਦਿੱਲੀ ਲੈ ਜਾਓ, ਉਹਨਾਂ ਨੂੰ ਸ਼ਾਇਦ ਪਤਾ ਨਹੀਂ ਹੋਣਾ ਤੁਸੀਂ ਇੱਧਰ ਵੀ ਲਿਆ ਹੋਗੇ। ਹਾਂਜੀ, ਉਹਨਾਂ ਨੂੰ ਕੀ ਪਤਾ, ਉਹਦਾ ਸੁੱਤਾ ਪਿਆ, ਉਹਨੂੰ ਜਗਾਉਣ ਹੀ ਆਏ ਆ। ਨਹੀਂ ਹੁਣ ਪੱਕਾ ਮੋਰਚਾ ਲਾਉਣਾ ਇੱਥੇ? ਪੱਕਾ ਲਾਵਾਂਗੇ ਤੇ ਜਿੰਨਾ ਚਿਰ ਜੰਗ ਕਿਸੇ ਬੰਨੇ ਨਾਲ ਲੱਗੀ ਉਹਨਾਂ ਚਿਰ ਅਸੀਂ ਲੜਾਂਗੇ। ਅੰਮ੍ਰਿਤਸਰ ਦੀਆਂ ਜ਼ਮੀਨਾਂ ਵੀ ਉਸ ਪ੍ਰੋਜੈਕਟ ਦੇ ਵਿੱਚ ਆ ਰਹੀਆਂ ਨੈਸ਼ਨਲ ਹਾਈਵੇ ਦੇ ਵਿੱਚ। ਸਾਡੀ ਆਪ ਆਈ ਆ ਜੀ। ਕਿੰਨੇ ਕੁ ਪਿੰਡ ਪ੍ਰਭਾਵਿਤ ਹੋ ਰਹੇ ਆ? ਉੱਥੇ ਸਾਡੇ ਲਾਗੇ ਬੰਨੇ ਦੇ ਕੋਈ 8-9 ਪਿੰਡ ਆ, ਉਹਨਾਂ ਦੇ ਵਿੱਚੋਂ ਦੀ ਲੰਘਣ ਡਈ ਬਣਦਾ ਮੁੱਲ ਨਹੀਂ ਮਿਲਦਾ ਕੁਛ ਵੀ ਨਹੀਂ ਜੀ। ਜਿਹੜੀ ਜ਼ਮੀਨ ਹੈਗੀ ਆ ਉਪਜਾਊ ਜ਼ਮੀਨ ਹੈ, ਬਹੁਤ ਉਪਜਾਊ, ਫਿਰ 2 ਟੋਟੇ ਕਰਕੇ ਉੱਚੀ ਕਰਤੀ ਹੈ। ਦੂਜੇ ਬੰਨੇ ਪੱਠਾ ਤੇ ਸੱਕ ਕਿੱਦਾਂ ਲੈਣ ਜਾਵਾਂਗੇ? ਹੁਣ ਤੇ ਪ੍ਰੋਜੈਕਟ ਉੱਚਾ ਬਣਨਾ, ਉਹਦੇ ਬੇੜਾ ਕਰ ਹੋ ਗਿਆ ਤੇ ਜਿਹੜੀ ਉਹ 5-5 ਕਿੱਲੇ 4-4 ਕਿੱਲੇ ਜ਼ਮੀਨ ਉਹ ਵਿੱਚ ਆ ਗਈ ਤੇ ਕੀ ਕਿਸਾਨ ਦੇ ਪੱਲੇ ਰਿਹਾ? ਜਾਂ ਸਾਨੂੰ ਰੁਪਈਆ ਕਰੋੜ ਤੋਂ ਵੱਧ ਦੇਣ ਤੇ ਅਸੀਂ ਕਿਤੇ ਆਪਣਾ ਰਣ ਬਸੇਰਾ ਕਰ ਲਈਏ। ਰਹਿਣ ਬਸੇਰਾ, ਠੀਕ। ਬਾਪੂ ਜੀ ਕੀ ਨਾਂ ਤੁਹਾਡਾ? ਜਗਤਾਰ ਸਿੰਘ ਆ ਜੀ। ਪੱਕੇ ਮੋਰਚੇ ਪੰਜਾਬ ਦੇ ਵਿੱਚ ਵੀ? ਹਾਂ ਜੀ, ਪੱਕੇ ਹੀ ਲਾਉਣੇ ਪੈਣਗੇ ਜੀ। ਜੋ ਸਾਰਾ ਘਰ-ਬਾਰ ਤਾਂ ਲੁੱਟ ਲਿਆ, ਇੱਥੇ ਆ ਕੇ ਬੈਠਣਾ ਪਊਗਾ ਜੀ। ਪਹਿਲਾਂ ਮੰਨਿਆ ਜਾ ਰਿਹਾ ਕੈਪਟਨ ਅਮਰਿੰਦਰ ਸਿੰਘ ਦੇ ਪੈਰ ਬਟੇਰਾ ਆ ਗਿਆ ਕਿ ਹੁਣ ਉਹਨਾਂ ਨੂੰ ਲੱਗਦਾ ਕਿ ਕਿਸਾਨੀ ਅੰਦੋਲਨ ਦਾ ਉਹਨਾਂ ਨੂੰ ਫਾਇਦਾ ਹੋਏਗਾ। ਤੁਸੀਂ ਕੈਪਟਨ ਸਰਕਾਰ ਦੇ ਵਿਰੁੱਧ ਵੀ ਮੋਰਚਾ ਖੋਲਤਾ, ਲੱਗਦਾ ਕਿ ਸਰਕਾਰ ਮੰਨੂਗੀ? ਮੰਨਣਾ ਹੀ ਪਊ। ਜੋ ਸਾਡੇ ਪਿੰਡ ਆ ਉਹ ਆਏ ਅਸੀਂ ਕਰਾਂਗੇ ਇਹਦੇ ਨਾਲ, ਅਸੀਂ ਮਹਾਰਾਜ ਦੇ ਜਾਾਂਗੇ ਜੀ। ਜਿਵੇਂ ਬੀਜੇਪੀ ਵਾਲਿਆਂ ਨੂੰ ਘਿਰਾਓ ਕੀਤਾ, ਡੱਕਿਆ, ਉਵੇਂ ਕਰੋਗੇ? ਉਵੇਂ ਹੀ ਕਰਾਂਗੇ ਜੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਾਲ ਨਾਰਾਜ਼ਗੀ ਹੈ ਕਿ ਤੁਹਾਡੀ? ਨਾਰਾਜ਼ਗੀ, ਸਾਡੇ ਬਾਣ ਖੋਲੇ ਜੀ, ਸਾਰਾ ਸੜਕਾਂ ਕੱਟਤੀਆਂ, ਕੋਈ ਸਾਨੂੰ ਭਾਅ ਨਹੀਂ ਦੇ ਰਹੇ। ਪਰ ਉਹ ਤਾਂ ਕੇਂਦਰ ਦੇ ਪ੍ਰੋਜੈਕਟ ਹੈਗੇ ਆ। ਨਾਲ ਕੁੱਤੀ ਚੋਰਾਂ ਨਾਲ ਰਲੀ ਵੀ ਹੈ ਜੀ ਇਹ। ਅੱਛਾ ਜੀ। ਕੱਲੀ ਸੈਂਟਰ ਦਾ ਕਸੂਰ ਨਹੀਂ, ਨਾਲ ਇਹਨਾਂ ਦਾ ਵੀ ਹੈ ਜੀ। ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ, ਕੀ ਹੋਣਾ ਚਾਹੀਦਾ ਹੈ? ਤਾਂ ਸੜਕ ਦੇ ਕੇ ਹੀ ਖੁਸ਼ ਨਹੀਂ ਗਏ ਜੀ, ਬਾਣ ਨਹੀਂ ਦੇਣੇ। ਸੜਕ ਨਹੀਂ ਬਣਨ ਦੇਣੀ? ਹਾਂ, ਧੱਕੇ ਨਾਲ ਸਾਡੇ ਬਾਣ ਖੋਹਦੇ ਆ ਜੀ। ਇਹ ਤਾਂ ਅੱਛਾ ਜੀ। ਲੈਂਦੇ ਨਹੀਂ, ਖੋਹਦੇ ਆ ਧੱਕੇ ਨਾਲ ਜੀ। ਜੱਟ ਦੀ ਜ਼ਮੀਨ ਧੱਕੇ ਨਾਲ ਖੋਈ ਜਾ ਰਹੀ ਹੈ? ਹੋਈ ਜਾ ਰਹੀ ਹੈ ਜੀ। ਹਾਂਜੀ, ਲੱਗਦਾ ਹੈ ਸਰਕਾਰ ਖੋ ਪਾਊਗੀ? ਕਾਇ ਕਿਵੇਂ ਖੋਲ ਦੇਵਾਂਗੇ? ਮਾਰ ਕੇ ਖੋਲ ਦੇਵਾਂਗੇ। ਜਦੋਂ ਅਸੀਂ ਮਰ ਗਏ ਉਹ ਕੁਛ ਮਰਜ਼ੀ ਕਰੀ ਜਾਵੇ ਬਾਅਦ ਚ ਜੀ। ਪੂਰਾ ਲੰਮਾ ਸੰਘਰਸ਼ ਕਰੋਗੇ? ਹਰ ਜਾਨ ਦੀ ਬਾਜੀ ਲਾਵਾਂਗੇ ਜੀ। ਸੰਘਰਸ਼ ਇਦੋਂ ਵੱਡਾ ਕੀ ਹੋਊਗਾ? ਜਿਵੇਂ ਜੇ ਦਿੱਲੀ ਵਾਲਾ ਮਸਲਾ ਹੱਲ ਹੋ ਜਾਂਦਾ ਛੇਤੀ ਤੇ ਉਹ ਵੀ ਕਿਸਾਨ ਫਿਰ ਇੱਥੇ ਆਉਣਗੇ? ਹਾਂ, ਇੱਥੇ ਹੀ ਆਉਣਗੇ ਜੀ, ਹੋਰ ਕਿਤੇ ਜਾਣਗੇ? ਅੱਛਾ, ਸਾਡੇ ਭੈਣ ਭਾਈ ਉਹ ਕਿਹੜਾ ਬਾਹਰੋਂ ਆਏ ਆ ਜੀ? ਕਿਸੇ ਦਿੱਲੀ ਵਰਗੇ ਪੱਕੇ ਮੋਰਚੇ ਇੱਥੇ ਚੱਲਣਗੇ? ਉਦੋਂ ਵੱਡੇ ਹੋਣਗੇ ਜੀ ਇੱਥੇ ਤਾਂ। ਇਹ ਤਾਂ ਸਾਡੇ ਘਰ ਹੈਗਾ, ਉਹ ਤਾਂ ਦਿੱਲੀ ਦਾ ਕਿੱਡਾ ਦੂਰ ਸੀਗਾ। ਇੱਥੇ ਲੋਕਲ ਪੈਣਾ ਆਣਾ ਜਾਣਾ ਸੌਖਾ? ਹਾਂ ਜੀ, ਹਾਂ ਜੀ, ਹਾਂ ਜੀ। ਠੀਕ ਹੈ। ਤੁਹਾਡਾ ਕੀ ਨਾਮ ਜੀ? ਗੁਰਲਾਲ ਸਿੰਘ ਹੈ ਜੀ। ਗੁਰਲਾਲ ਸਿੰਘ ਜੀ, ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਕਹਿੰਦੀ ਅਸੀਂ ਕਿਸਾਨਾਂ ਦੀ ਹਿਤੈਸ਼ੀ ਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਦਿੱਲੀ ਜਾ ਕੇ ਜਾਮ ਕਰੋ, ਮੈਂ ਤੁਹਾਡੇ ਨਾਲ ਆ। ਕਿਸਾਨ ਦਿੱਲੀ ਵੀ ਚਲੇ ਗਏ। ਅੱਜ ਉਸੇ ਸਰਕਾਰ ਦੇ ਵਿਰੁੱਧ ਟਰੈਕਟਰ ਟਰਾਲੀਆਂ ਖੜੀਆਂ ਹੋਈਆਂ ਜਿਹੜੀਆਂ ਕੇਂਦਰ ਸਰਕਾਰ ਦੇ ਵਿਰੁੱਧ ਖੜੀਆਂ ਸੀ, ਕਿਵੇਂ? ਅਸੀਂ ਤਾਂ ਇਹ ਕਹਿੰਦੇ ਆ ਵੀ ਨਾ ਸੜਕ ਲੰਘਣ ਦੇਗੀ, ਨਾਲ ਮਰਾਂਗੇ। ਅੱਗੇ ਸਮਝੇ? ਜਿਹੜੇ ਕੈਪਟਨ ਆ ਇਹ ਸਾਡਾ ਕੋਈ ਕੈਪਟਨ ਨਹੀਂ। ਹਾਂ, ਸਾਡੇ ਮਹਾਰਾਜ ਪਿੰਡ ਆ ਸਾਡਾ, ਸਾਡੇ ਪਿੰਡ ਦਾ ਜੱਦੀ ਪਿੰਡ ਦਾ। ਤੁਸੀਂ ਮਹਾਰਾਜ ਪਿੰਡ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਪਿੰਡ ਤੋਂ? ਹਾਂ, ਕੈਪਟਨ ਦੇ ਪਿੰਡ ਦੇ ਆ ਸਾਰੇ। ਸਾਰੇ ਮਹਾਰਾਜ ਕੈਪਟਨ ਅਮਰਿੰਦਰ ਸਿੰਘ ਦੇ ਰਾਜੇ ਦੇ ਪਿੰਡ ਤੋਂ? ਰਾਜੇ ਨੂੰ ਪਸੰਦ ਨਹੀਂ ਕਰਦੇ? ਨਹੀਂ ਕਰਦੇ। ਅਸੀਂ ਕਰਾਉਣਾ ਕਿ ਸਾਡੀਆਂ ਜਾਇਦਾਦਾਂ ਖੋਲੀਆਂ, ਸਾਡੇ ਜਵਾਕ ਖਾਣਗੇ ਕੀ? ਅਸੀਂ ਭੁੱਖੇ ਮਰਾਂਗੇ ਹੈ? ਅਸੀਂ ਇਹ ਤੇ ਕਰਾਉਣਾ ਕੀ ਹੈ? ਪੈਸੇ ਚੋਣਾਂ ਹੋਣ ਜਾ ਰਹੀਆਂ ਅਗਲੇ ਸਾਲ ਨੂੰ, ਕੈਪਟਨ ਅਮਰਿੰਦਰ ਸਿੰਘ ਤੇ ਵਿਸ਼ਵਾਸ ਨਹੀਂ ਕਰ ਰਹੇ, ਫਿਰ ਕੀ ਲੱਗਦਾ ਕਿ ਕਿਹੜੀ ਸਰਕਾਰ ਅਗਲੀ ਆਉਣੀ ਚਾਹੀਦੀ ਹੈ? ਕਿਸੇ ਨੂੰ ਨਹੀਂ ਪਾਉਂਦੇ ਅਸੀਂ, ਤਿੰਨਾਂ ਨੂੰ ਨਹੀਂ। ਨਾ ਅਸੀਂ ਅੰਦੋਲਨ ਵਿੱਚੋਂ ਕੋਈ ਪਾਰਟੀ ਮੰਗਦੇ ਉੱਠਣੀ ਚਾਹੀਦੀ ਹੈ? ਅਸੀਂ ਕੋਈ ਨਹੀਂ। ਉਹ ਦੋ ਮੌਕੇ ਤੇ ਹਾਂ, ਅਸੀਂ ਨਾ ਅਕਾਲੀ ਨਾ ਕਾਂਗਰਸ ਨਾ ਆਮ, ਕਿਸੇ ਨੂੰ ਨਹੀਂ ਪਾਉਂਦੇ ਇਹਨਾਂ ਨੂੰ। ਕਿਸੇ ਨੂੰ ਵੋਟ ਨਹੀਂ ਪਾਣੇ, ਬਾਈਕਾਟ ਕਰ ਦੇਣਾ ਸਾਰੇ ਸਿਆਸੀ ਪਾਰਟੀਆਂ ਦਾ? ਪਿੰਡਾਂ 'ਚ ਨਹੀਂ ਵੜਦੇ ਬਾਈਕਾਟ ਕੀ। ਪਰ ਸਰਕਾਰ ਕਹਿੰਦੀ 85% ਦੀ ਵਾਅਦੇ ਪੂਰੇ ਕਰਤੇ ਅਸੀਂ ਤਾਂ। ਕੋਈ ਵਾਅਦਾ ਪੂਰਾ ਨਹੀਂ ਕਰਿਆ। ਕਿਹੜਾ ਕਰਿਆ? ਇੱਕ ਨਹੀਂ ਕਰਿਆ, ਨਾ ਬੋਲਣ ਦੀ ਲੋੜ ਹੀ ਨਹੀਂ। ਕੋਈ ਵਾਅਦਾ ਪੂਰਾ ਨਹੀਂ ਕੀਤਾ? ਹੋਰਾ ਵਾਲਾ ਨਹੀਂ ਹੈ ਇਹਨਾਂ ਨੇ ਕਰਿਆ। ਬਾਪੂ ਜੀ ਤੁਹਾਡਾ ਕਿਹੜਾ ਪਿੰਡ?
ਸੈਣਾ ਭਲੌੜ ਕੋਲ ਅੱਛਾ ਜੀ, ਉੱਥੇ ਕੋਈ ਕੰਮ ਕੁਮ ਨਹੀਂ ਹੋਏ? ਹੋਰਾ ਨਹੀਂ ਕਰਦੇ। ਅੱਛਾ ਜੀ, ਹਾਂ ਜਮਾ ਡੱਕਾ ਵੀ ਕਰੇ ਮੁੜ ਕੇ ਉੱਥੇ ਜਾਂਦੇ ਹੀ ਨਹੀਂ। ਤੁਹਾਡਾ ਬਾਈ ਜੀ ਕੀ ਨਾਮ? ਸਾਡਾ ਇਕਬਾਲ ਸਿੰਘ ਇਕਬਾਲ ਸਿੰਘ, ਤੁਸੀਂ ਕਿੱਥੋਂ ਆਏ ਹੋ? ਗੁਰਦਾਸਪੁਰ ਤੋਂ ਗੁਰਦਾਸਪੁਰ ਤੋਂ। ਉੱਥੇ ਵੀ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ? ਧੱਕੇ ਨਾ ਜੀ, ਧੱਕੇ ਨਾ, ਮੁੱਲ ਨਹੀਂ ਮਿਲ ਰਿਹਾ ਜ਼ਮੀਨਾਂ ਦਾ? ਬਿਲਕੁਲ ਨਹੀਂ ਜੀ, ਕੌਡੀਆਂ ਦੇ ਭਾਅ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਕੋ ਮੰਗ ਇਹ ਆ ਵੀ ਜਿੰਨਾ ਚਿਰ ਸਾਡੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਦਿੱਲੀ ਵਾਲੇ, ਉਹਨਾਂ ਚਿਰ ਪ੍ਰੋਜੈਕਟ ਜਿਹੜਾ ਬਿਲਕੁਲ ਬੰਦ ਕੀਤਾ ਜਾਵੇ। ਕੋਈ ਭਾਵ ਨਹੀਂ ਲੈਣਾ, ਤੁਹਾਨੂੰ ਸਹੀ ਗੱਲ ਦੱਸੀਏ। ਬਾਪੂ ਜੀ, ਮੰਗ ਕੀ ਹੈ ਫਿਰ ਤੁਹਾਡੀ? ਮੰਗ ਕੀ ਹੈ ਸਰਕਾਰ ਤੋਂ? ਮੰਗ ਸਾਡੀ ਜਮਾ ਹੀ ਨਹੀਂ ਹੈ, ਨਾ ਜ਼ਮੀਨ ਦੇਣੀ ਆ, ਨਾ ਮਾਂ ਵੇਚਣੀ ਆ, ਨਾ ਲੈਣਾ ਆ ਪੈਸੇ। ਤਾਬ ਕਰਾ ਵੀਰੇ, ਕਿੱਥੋਂ ਆਏ ਹੋ? ਇੱਥੋਂ ਆਇਆ ਕਪਿਆਲ ਤੋਂ। ਬੇਬੇ ਜੀ, ਕੈਪਟਨ ਸਰਕਾਰ ਨਾਲ ਕੀ ਨਾਰਾਜ਼ਗੀ ਹੋ ਗਈ ਹੁਣ? ਸਾਡੀ ਜ਼ਮੀਨ ਖੋ ਰਹੇ ਨੇ, ਅਸੀਂ ਦੇ ਨਹੀਂ ਰਹੇ, ਅਸੀਂ ਦੰਦੇ ਨਹੀਂ ਹਾਂਗੇ, ਚਾਹੇ ਉਹ ਜ਼ੋਰ ਲਾ ਦੇ। ਅਸੀਂ ਖਾਵਾਂਗੇ ਕੀ, ਅਸੀਂ ਜਾਵਾਂਗੇ ਕਿੱਧਰ, ਸਾਡੇ ਬੱਚੇ ਕੀ ਕਰਨਗੇ? ਪਰ ਕੈਪਟਨ ਅਮਰਿੰਦਰ ਸਿੰਘ ਤਾਂ ਕਹਿ ਰਹੇ ਮੈਂ ਤਾਂ ਕਿਸਾਨਾਂ ਦਾ ਹਿਤੈਸ਼ੀ ਹਾਂ, ਕਿਸਾਨਾਂ ਦੇ ਨਾਲ ਖੜਾ। ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਸਾਰੇ ਰਲੇ ਹੋਏ ਨੇ? ਨਾਲ ਕਿੱਥੇ ਆ ਸਾਡੇ ਨਾਲ ਤਾਂ ਪਾਟਿਆ ਪਿਆ ਉਹ। ਅੱਛਾ, ਸਾਡਾ ਕਰਦਾ ਕੀ ਆ ਉਹ? ਕੁਛ ਨਹੀਂ ਕਰਦਾ ਸਾਡਾ। ਬੇਬੇ ਜੀ, ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੈਂ ਤਾਂ 85% ਦੀ ਵਾਅਦੇ ਪੂਰੇ ਕਰ ਦਿੱਤੇ ਜਿਹੜੇ ਲੋਕਾਂ ਨਾਲ ਨਹੀਂ ਕੀਤੇ। ਕਰੇ, ਕਿਸੇ ਨੇ ਨਹੀਂ ਕਰੇ, ਸਾਡੀ ਤਾਂ ਕੋਈ ਸਰਕਾਰ ਨੇ ਨਹੀਂ ਕਰਿਆ ਹੈਗਾ। ਅੱਜ ਤਾਂ ਸਾਰੇ ਨਾਰਾਜ਼ ਆ ਉਹਨਾਂ ਤੇ। ਬਸ ਕੀ ਮੰਗ ਕਰਦੇ ਹੋ? ਅਸੀਂ ਤਾਂ ਕੋਈ ਮੰਗ ਨਹੀਂ ਕਰਦੇ, ਸਾਡੀ ਜ਼ਮੀਨ ਸਾਡੇ ਲਈ ਰਹਿਣੀ ਚਾਹੀਦੀ ਆ, ਸਾਡੀ ਕੋਈ ਮੰਗ ਨਹੀਂ। ਹਾਂ, ਤੁਸੀਂ ਦੇਖ ਲਓ, ਇਹੀ ਬਜ਼ੁਰਗ ਮਾਵਾਂ। ਕੋਈ ਮੰਗ ਨਹੀਂ ਹੈਗੀ, ਅਸੀਂ ਕੋਈ ਮੰਗ ਨਹੀਂ। ਬੇਬੇ ਜੀ, ਦਿੱਲੀ ਦੀਆਂ ਬਰੂਹਾਂ ਦੇ ਉੱਤੇ ਵੀ ਬਜ਼ੁਰਗ ਮਾਵਾਂ ਬੈਠੀਆਂ, ਤੁਸੀਂ ਇੱਥੇ ਵੀ ਆਏ ਹੋਏ ਹੋ। ਹਾਂ, ਲੱਗਦਾ ਹੈ ਕਿ ਸਰਕਾਰ ਹਿੱਲੂਗੀ? ਸਰਕਾਰ ਹੱਲਣੀ ਚਾਹੀਦੀ ਆ। ਹਿੱਲੂਗੀ। ਹਾਂ, ਤੁਹਾਡਾ ਕੀ ਨਾਂ ਜੀ? ਜਗਦੀਸ਼ ਲਾਲ ਜੀ। ਜਿਵੇਂ ਦਿੱਲੀ ਦੇ ਵਿੱਚ ਸੀ ਧਰਨਾ, ਉਵੇਂ ਪੰਜਾਬ ਦੇ ਵਿੱਚ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਰਕਾਰ ਨਾਲ ਕੀ ਨਾਰਾਜ਼ਗੀ ਕੈਪਟਨ ਦੇ? ਅਸੀਂ ਜ਼ਮੀਨਾਂ ਦੇਣਾ ਨਹੀਂ ਚਾਹੁੰਦੇ ਜੀ, ਕੀਮਤੀ ਜ਼ਮੀਨਾਂ ਸਾਡੇ ਕੋਲ। ਅਸੀਂ ਤੁਹਾਨੂੰ ਉਦਾਹਰਨ ਦੇ ਰਹੇ ਹਾਂ, ਅਸੀਂ 5 ਘਰ ਪੰਡਤਾਂ ਦੇ ਹਾਂ, ਕਿੱਲਾ ਕਿੱਲਾ ਜ਼ਮੀਨ ਦਾ ਸਾਡੇ ਕੋਲੇ। ਅਸੀਂ ਡੈਰੀ ਸਾਡੀ ਖੋਲੀ ਸੀ, ਉਹੀ ਸਾਡਾ ਕਿੱਲਾ ਕਿੱਲਾ ਆ ਗਿਆ। ਅਸੀਂ 5 ਘਰ ਪੰਡਤਾਂ ਦੇ ਆ, ਅਸੀਂ ਜਾਵਾਂਗੇ ਕਿੱਥੇ? ਸਾਡੇ ਗਾਈਆਂ ਰੱਖੀਆਂ, ਮੈਸਾਂ ਸਾਡੀਆਂ ਰੱਖੀਆਂ, ਦੁੱਧ ਅਸੀਂ ਪਾਉਣੇ ਆ, ਮੁੰਡੇ ਸਾਡੇ ਬੇਰੁਜ਼ਗਾਰ ਆ। ਦੱਸੋ ਅਸੀਂ ਕਿਹੜੇ ਪਾਸੇ ਜਾਈਏ? ਇੱਕ 9 ਕਨਾਲ ਜ਼ਮੀਨਾਂ 9 ਕਨਾਲਾਂ ਆ ਗਈਆਂ। ਘੱਟੋ ਘੱਟ ਸਾਨੂੰ 3 ਕਰੋੜ ਰੁਪਈਆ ਦਿੱਤਾ ਜਾਵੇ, ਫੇਰ ਸਾਡਾ ਟਿਕਾਊ, ਸਾਡੀਆਂ ਵਪਾਰ ਆ ਜਿਹੜਾ ਸਾਡਾ ਉਹ ਸਾਰਾ ਫੇਰ ਹੁੰਦਾ। ਹੁਣ ਕਿੰਨਾ ਕੁ ਪੈਸਾ ਦਿੰਦੀ ਹੈ ਸਰਕਾਰ? ਹਾਂਜੀ, ਹੁਣ ਕਿੰਨਾ ਦੇ ਰਹੀ ਹੈ? ਅਸੀਂ 35-40 ਕਹਿੰਦੇ ਆ ਜੀ, ਇਹ ਤਾਂ ਨਾ ਮਾਤਰ ਆ। ਮਰ ਜਾਾਂਗੇ, ਜ਼ਮੀਨਾਂ ਨਹੀਂ ਦੇਵਾਂਗੇ। ਪ੍ਰੋਜੈਕਟ ਕੈਂਸਲ ਹੁੰਦਾ ਹੋ ਜੇ, ਜ਼ਮੀਨਾਂ ਨਹੀਂ ਦੇਣੀਆਂ। ਹਾਂ ਹੋ ਜੇ ਜੀ, ਕੋਈ ਦਿੱਕਤ ਜੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਲੰਮਾ ਕਰਨਾ ਪਿਆ, ਤਿਆਰੀ ਹੈਗੀ ਪੂਰੀ? ਨਹੀਂ। ਇੱਥੇ ਪੱਕੇ ਰਹਾਂਗੇ ਜੀ, ਇੱਥੇ ਪੱਕੇ ਮੋਰਚੇ ਸਮੇਤ ਬੁੜਗਾ, ਮਰਨਾ ਮਨਜ਼ੂਰ ਆ, ਜ਼ਮੀਨ 'ਚ ਨਹੀਂ ਵੜ ਦੇਣਾ। ਤੁਹਾਡਾ ਕੀ ਨਾਂ ਜੀ? ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਮਲਕੀਤ ਸਿੰਘ ਹੈ ਜੀ, ਡਿਸਟ੍ਰਿਕਟ ਬਠਿੰਡਾ। ਬਠਿੰਡੇ ਤੋਂ ਆਏ ਹੋ? ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਕਿਸਾਨ ਆਏ ਹੋਏ ਨੇ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੀ ਵੱਡੀ ਨਾਰਾਜ਼ਗੀ ਹੈ? ਵੀਰ ਜੀ, ਅਸੀਂ 13 ਜ਼ਿਲ੍ਹਿਆਂ ਤੋਂ 24 ਤਰੀਕ ਨੂੰ 10-10 ਬੰਦੇ ਚੱਲ ਕੇ ਆਏ ਸੀ, ਸਿਰਫ ਵੀ ਕੈਪਟਨ ਸਾਹਿਬ ਸਾਡੇ ਨਾਲ ਗੱਲ ਕਰ ਲੈਣ, ਵੀ ਸਾਡੇ ਨਾਲ ਗੱਲ ਕਰੋ ਆ ਕੇ। ਸਾਡੀ ਨਾਰਾਜ਼ਗੀ ਇਹ ਹੈ ਕਿ ਜਿਹੜੀਆਂ ਸਾਡੀਆਂ ਜ਼ਮੀਨਾਂ ਦਾ ਕੋਈ ਮੁੱਲ ਹੀ ਨਹੀਂ, ਇਹ ਧੱਕੇਸ਼ਾਹੀ ਦੇ ਨਾਲ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸੜਕਾਂ ਕੱਢ ਕੇ ਹਾਈਵੇ ਦੇ ਰਹੇ ਆ, ਜਿਨ੍ਹਾਂ ਦੇ ਉੱਪਰ ਕੋਈ ਵੀ ਮਸ਼ੀਨਰੀ ਚੱਲਣ ਦੀ ਮਿਨੀਮਮ ਸਪੀਡ 120 ਕਿਲੋ ਪ੍ਰਤੀ ਘੰਟਾ ਗਈ। ਇਹ ਸਾਡੀਆਂ ਰੋਡਾਂ ਨਹੀਂ, ਇਹ ਹੈਗੀਆਂ ਵੱਡੇ ਘਰਾਣਿਆਂ ਦੀਆਂ, ਤੇ ਸਾਨੂੰ ਇਹ ਕਲੈਕਟਰ ਰੇਟ ਦਾ ਦੁੱਗਣਾ ਦੇ ਰਹੇ ਆ। ਮੰਨ ਲਓ ਵੀ ਜਿਹੜਾ ਸਾਡਾ ਕਲੈਕਟਰ ਰੇਟ ਕਿਸੇ ਪਿੰਡ ਦਾ 6 ਲੱਖ ਹੈ, ਤਾਂ ਉਹ ਬਣਾ ਕੇ 12 ਲੱਖ ਰੁਪਇਆ ਦੇ ਰਹੇ ਆ। ਇਹ ਅਸੀਂ ਸੁੱਤੀ ਪਈ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਜੇ ਕਲੈਕਟਰ ਰੇਟ ਤੇ ਸਾਡੀਆਂ ਜ਼ਮੀਨਾਂ ਲੈ ਸਕਦੇ ਆ, ਤਾਂ ਸਾਡੇ ਅੱਜ ਪੂਰੇ ਪੰਜਾਬ ਦੇ ਵਿੱਚੋਂ 10,000 ਬੰਦਾ ਇਕੱਠਾ ਹੋਇਆ, ਹਰਿਆਣੇ ਦੇ ਬੰਦੇ ਵੀ ਆਏ ਹੋਏ ਆ, ਤੇ ਜੇ ਕਲੈਕਟਰ ਰੇਟ ਤੇ ਦੇਣਾ ਚਾਹੁੰਦੇ ਤਾਂ ਅਸੀਂ ਕੈਪਟਨ ਦਾ ਮਹਿਲ ਲੈਣ ਨੂੰ ਤਿਆਰ ਹਾਂ। ਕਿ ਕਲੈਕਟਰ ਰੇਟ ਤੇ ਇਹ ਸਾਡੇ ਨਾਲ ਕਰਨ, ਅਸੀਂ ਉਹਨਾਂ ਦਾ ਮਹਿਲ ਖਰੀਦਣ ਨੂੰ ਤਿਆਰ ਹਾਂ। ਸਾਡੇ ਨਾਲ ਕਲੈਕਟਰ ਰੇਟ ਤੇ ਅਸੀਂ ਅੱਜ ਬਿਆਨਾ ਫੜਾਉਂਦੇ ਆ, ਫੜਨ ਸਾਥੋਂ ਕਿਉਂ ਨਹੀਂ ਦੇ ਸਕਦੇ? ਸਾਡੀਆਂ ਜ਼ਮੀਨਾਂ ਧੱਕੇ ਨਾਲ ਲੈ ਸਕਦੇ ਆ, ਆਪਦਾ ਕੁਝ ਦੇ ਨਹੀਂ ਸਕਦੇ। ਕਿੱਥੇ ਵੀ ਇੱਕ ਹੋਰ ਨੋਟ ਕਰ ਲਓ ਵੀਰ ਜੀ, ਜਿੱਥੇ ਵੀ ਇਹ ਹਾਈਵੇ ਜਾਂਦੀ ਆ, ਇਹ ਹਾਈਵੇ ਦੇ ਨਾਲ ਪਹਿਲਾਂ ਜਿਹੜੀਆਂ ਆਪਣੀਆਂ ਹਾਈਵੇ 4 ਲਾਈਨ ਬਣੀਆਂ ਹੋਈਆਂ, ਹਰੇਕ ਤਕਰੀਬਨ ਕੋਈ 500 ਮੀਟਰ ਤੇ ਕੋਈ ਕਿਲੋਮੀਟਰ ਦੇ ਇਰਦ ਗਿਰਦ ਜਾ ਰਹੀਆਂ ਨੇ। ਉਹਨਾਂ ਤੋਂ ਇਹ ਸਾਫ਼ ਜ਼ਾਹਰ ਹੁੰਦਾ ਵੀ ਇਹ ਸਾਡੀਆਂ ਰੋਡਾਂ ਨਹੀਂ, ਕਿਉਂਕਿ ਸਾਡੀਆਂ ਤਾਂ ਪਹਿਲਾਂ ਉਹ ਰੋਡਾਂ ਹੈਗੀਆਂ ਹੀ ਆ। ਇੱਕ ਤਾਂ ਹੋਰ ਦੱਸ ਦਈਏ, ਜਿਹੜੇ ਇੱਥੇ ਟੋਲ ਪਲਾਜ਼ੇ ਲੱਗਣੇ ਆ ਵੀਰ ਜੀ, ਘੱਟੋ ਘੱਟ ਹਰੇਕ ਟੋਲ ਪਲਾਜ਼ਾ 500 ਤੋਂ ਉੱਪਰ ਹੈ। ਦੂਸਰਾ, ਜਿਹੜੀਆਂ ਮੰਨ ਲਓ ਲਿੰਕ ਰੋਡਾਂ ਨੇ, ਲਿੰਕ ਰੋਡਾਂ ਤੇ ਇਹਨਾਂ ਤੇ ਉਤਰਨ ਲਈ ਕੋਈ ਰਾਹ ਨਹੀਂ, 11 ਫੁੱਟ ਇਹ ਉੱਚੀਆਂ ਨੇ। ਆਊਟਸਾਈਡ ਦੂਸਰੀ ਸਾਈਡ ਜਾਣ ਲਈ, ਜਿਹਦਾ 2 ਭਾਗਾਂ 'ਚ ਜ਼ਮੀਨ ਵੰਡੀ ਗਈ, ਜ਼ਮੀਨ ਦੂਸਰੀ ਸਾਈਡ ਜਾਣ ਲਈ ਕੋਈ ਰਾਹ ਨਹੀਂ, ਕੋਈ ਪਾਣੀ ਨਹੀਂ। ਇਹ ਸਰਕਾਰ ਔਰੰਗਜ਼ੇਬ ਵਾਲਾ ਵਤੀਰਾ ਵਰਤ ਕੇ ਦੁਬਾਰੇ ਧੱਕਾ ਕਰ ਰਹੀ ਹੈ ਲੋਕਾਂ ਦੇ ਨਾਲ। ਪਰ ਹੁਣ ਪੰਜਾਬ ਦੇ ਲੋਕ ਜਾਗਰੂਕ ਹੋ ਗਏ ਆ, ਕਿਸੇ ਵੀ ਤੌਰ ਤੇ ਇਹਨਾਂ ਦੇ 1 ਇੰਚ ਜ਼ਮੀਨ ਦੇਣ ਨੂੰ ਤਿਆਰ ਨਹੀਂ। ਜੇ ਕੋਈ ਚੀਜ਼ ਆਪਾਂ ਖਰੀਦਣੀ ਹੈ
ਤਾਂ ਲੋਕਾਂ ਨਾਲ ਸਹਿਚਾਰਕ ਹੋ ਕੇ ਇਕੱਠੇ ਹੋ ਕੇ ਫੇਰ ਹੀ ਗੱਲ ਹੁੰਦੀ ਆ। ਪਰ ਇਹਨਾਂ ਨੇ ਲੋਕਾਂ ਦੇ ਅਵਾਰਡ ਤੱਕ ਕਰਤੇ। ਤਾਂ ਜੇ ਅੱਜ ਸਰਕਾਰ ਹੈ ਤਾਂ ਜੇ ਕਿਸੇ ਦੀ ਆਪਣੀ ਜ਼ਮੀਨ ਦਾ ਧੱਕੇ ਨਾਲ ਇੰਤਕਾਲ ਕਰ ਦਿੰਦੇ ਆ ਤਾਂ ਉਹ ਤੇ ਕਾਨੂੰਨੀ ਕਾਰਵਾਈ ਬਣਦੀ ਆ। ਤਾਂ ਸਭ ਤੋਂ ਪਹਿਲਾਂ ਕੈਪਟਨ ਸਰਕਾਰ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ, ਕਿਉਂਕਿ ਇਹਨਾਂ ਨੇ ਆਪਦੇ ਡੀਆਰਾਂ ਨੂੰ ਕਹਿ ਕੇ, ਆਪਦੇ ਤਹਿਸੀਲਦਾਰਾਂ ਨੂੰ ਕਹਿ ਕੇ, ਆਪਦੇ ਕਾਨੂੰਗੋਆਂ ਨੂੰ ਕਹਿ ਕੇ ਪਿੰਡਾਂ ਦੇ ਲੋਕਾਂ ਦੇ ਜ਼ਮੀਨਾਂ ਦੇ ਇੰਤਕਾਲ ਕਰਵਾ ਦਿੱਤੇ ਨੇ। ਤੇ ਡੀਆਰਓ ਆ ਜਿਹੜੇ ਬਹੁਤ ਹੀ ਸਖਤ ਵਿਵਹਾਰ ਕਰਦੇ ਆ ਲੋਕਾਂ ਨਾਲ। ਜਦੋਂ ਸਾਡੇ ਕੋਈ ਬਜ਼ੁਰਗ ਜਾਂਦੇ ਆ ਉਹਨਾਂ ਦੇ ਨਾਲ, ਉਹਨਾਂ ਨੂੰ ਡਰਾਉਂਦੇ ਆ। ਮੈਂ ਖੁਦ ਤੁਰਿਆ ਹੋਇਆ ਇਸ ਲਹਿਰ ਦੇ ਵਿੱਚ ਬਠਿੰਡੇ ਜ਼ਿਲ੍ਹੇ ਤੋਂ। ਸਾਡੇ ਘਰੇ ਧਮਕੀਆਂ ਆਉਂਦੀਆਂ ਨੇ ਵੀ ਤੁਹਾਡਾ ਮੁੰਡਾ ਤੁਰਦਾ, ਉਹਨੂੰ ਚੱਕ ਕੇ ਅਸੀਂ ਅੰਦਰ ਕਰ ਦਿਆਂਗੇ, ਉਹਨੂੰ ਐਂ ਕਰ ਦਿਆਂਗੇ। ਸਾਨੂੰ ਵੀਰ ਜੀ ਕੋਈ ਡਰ ਨਹੀਂ, ਅਸੀਂ ਤਾਂ ਮਰੇ ਹੋਏ ਆ। ਸਾਡਾ ਰੁਜ਼ਗਾਰ ਖੋਲਿਆ ਇਹਨਾਂ ਨੇ। ਅਸੀਂ 4-4 ਕਿੱਲੇ ਉਹਦੇ ਚੋਂ ਆਪਦੇ ਬੱਚੇ ਪਾਲਣੇ ਆ, ਇਹਦੇ ਚੋਂ ਆਉਣ ਵਾਲੇ ਸਮੇਂ ਵਾਸਤੇ ਸੇਵਿੰਗ ਕਰਨੀ ਆ। ਕੋਈ ਸਾਡਾ ਬਜ਼ੁਰਗ ਬਿਮਾਰ ਹੁੰਦਾ ਉਸੇ ਤੋਂ ਦਵਾਈ ਦਵਾਉਣੀ ਆ। ਪਰ ਇਹਨੇ ਅੱਜ ਸਾਡੇ 4 ਕਿੱਲੇ ਲੈ ਕੇ, ਮੰਨ ਲਓ ਮੇਰੇ ਪਰਿਵਾਰ ਤੇ ਰੱਖ ਲਓ, ਮੈਥੋਂ 4 ਕਿੱਲੇ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਪਰਿਵਾਰ ਸੰਬੰਧੀ ਕੁਛ ਸੋਚਿਆ ਨਹੀਂ ਸੋਚਿਆ। ਇਹ ਸਿਰਫ ਡਰਦੇ ਆ ਸੈਂਟਰ ਸਰਕਾਰ ਤੋਂ। ਦੇਖੋ ਕਾਂਗਰਸ ਦਾ ਸੈਂਟਰ ਸਰਕਾਰ ਦੇ ਨਾਲ ਕੋਈ ਮੇਲ ਨਹੀਂ, ਪਤਾ ਵੀ ਆਪਸ ਵਿੱਚ ਸਹਿਚਾਰ ਨਹੀਂ, ਪਰ ਸੈਂਟਰ ਸਰਕਾਰ ਤੋਂ ਕੈਪਟਨ ਸਰਕਾਰ ਡਰਦੀ ਆ। ਉਹਨਾਂ ਦਾ ਇੱਕ ਪੁੱਤ ਬਣਿਆ ਹੋਇਆਗਾ ਇਹ। ਜੇ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਲਿਖ ਕੇ ਦਿੰਦੀ ਆ ਵੀ ਮੈਂ ਆਪਦੇ ਲੋਕਾਂ ਨੂੰ 2 ਕਰੋੜ ਪ੍ਰਤੀ ਏਕੜ ਦੇਣਾਗਾ ਤਾਂ ਸਰਕਾਰ ਨੂੰ ਦੇਣਾ ਪਊਗਾ। ਪਰ ਇਹਨਾਂ ਦਾ ਮਸਲਾ ਕੀ ਆ, ਉਹਨਾਂ ਤੋਂ 2 ਕਰੋੜ ਲੈ ਕੇ ਸਾਨੂੰ 20-20 ਲੱਖ ਰੁਪਇਆ ਦੇ ਕੇ ਬਾਕੀ ਇਹਨਾਂ ਨੇ ਆਪ ਖਾਣੇ ਆ। ਸਾਨੂੰ ਇਹ ਦੱਸ ਦੇਣ ਵੀ ਅਸੀਂ ਢਿੱਡ ਭਰਨੇ ਆ ਆਪਦੇ, ਵੀ ਕਿੱਥੋਂ ਤੱਕ ਇਹਨਾਂ ਦੇ ਢਿੱਡ ਭਰਦੇ ਅਸੀਂ ਭਰ ਦਿਆਂਗੇ, ਸਾਨੂੰ ਮਾਰਨ ਤਾਂ ਨਾ। ਇਹ ਪੰਜਾਬ ਦੇ ਲੋਕਾਂ ਨੂੰ ਮਾਰਨ ਤੇ ਵੀਰ ਜੀ ਤੁਲੀ ਹੋਈ ਸਰਕਾਰ ਹੈ। ਕੋਈ ਸਰਕਾਰਾਂ ਵੀ ਨਹੀਂ ਚੰਗੀਆਂ, ਅਸੀਂ ਇੱਕ ਸਰਕਾਰ ਦੇ ਵਿਰੁੱਧ ਨਹੀਂ ਕਿਸੇ ਦੇ। ਤੇ ਜੇ ਇਹਦੇ ਵਿੱਚ ਵਿਚੋਲਗੀ ਜਿਹੜੀ ਹੈਗੀ ਹੈ ਉਹ ਨਾ ਪਾਈ ਜਾਵੇ ਪੰਜਾਬ ਸਰਕਾਰ ਦੀ, ਕੇਂਦਰ ਦੇ ਨਾਲ ਸਿੱਧੀ ਗੱਲਬਾਤ ਹੋਵੇ, ਕਿਸਾਨਾਂ ਦੀ ਜ਼ਮੀਨਾਂ ਦੇ ਬਣਦੇ ਮੁੱਲ ਮਿਲਣ, ਉਹਦੇ ਨਾਲ ਸਹਿਮਤੀ ਬਣ ਜੂਗੀ। ਵੀਰ ਜੀ ਦੇਖੋ, ਜੇ ਕੇਂਦਰ ਸਰਕਾਰ ਨੇ ਵਿਚੋਲਗੀ ਵਾਲਾ ਵਿੱਚੋਂ ਕੰਮ ਖਤਮ ਕਰਨਾ ਹੀ ਹੋਵੇ ਤਾਂ ਪਹਿਲਾਂ ਸਾਡੇ ਕਾਨੂੰਨਾਂ ਦੇ ਸੰਬੰਧੀ ਜਿਹੜੀਆਂ ਮੀਟਿੰਗਾਂ ਉਹਨਾਂ ਦੇ ਡੈਡਲੌਕ ਤੇ ਬੈਠੇ ਆ ਉਹ ਤਾਂ ਪੰਜਾਬ ਦੇ ਉਹੀ ਉਲਟ ਹੈ। ਦੇਖੋ ਪੰਜਾਬ ਸਰਕਾਰ ਨੇ ਜਿਹੜੀ ਸਾਡੀ ਕਮੇਟੀ ਬਣਾਈ ਸੀ ਰੋਡ ਦੇ ਸੰਬੰਧ ਵਿੱਚ, ਉਹ ਕਮੇਟੀ ਵਾਲੇ ਸਾਨੂੰ ਪੁੱਛਦੇ ਆ ਗਿਆ ਨੂੰ ਵੀ ਤੁਸੀਂ ਦੱਸੋ ਕਿਹੜੇ ਆਧਾਰ ਤੇ ਰੇਟ ਵਧਾਈਏ। ਇੱਕ ਜ਼ਿਲ੍ਹੇ ਦਾ ਰੇਟ ਇਹਨਾਂ ਨੇ ਕਲੈਕਟਰੇਟ ਵਧਾਤਾ, ਦੂਜਾ ਛੱਡਤਾ, ਤੀਜੇ ਦਾ ਫੇਰ ਵਧਾਤਾ। ਇਹਨਾਂ ਨੂੰ ਖੁਦ ਨਹੀਂ ਪਤਾ ਕਿ ਜਿਹੜਾ ਅਸੀਂ ਹੁਣ ਕਲੈਕਟਰੇਟ ਵਧਾ ਰਹੇ ਹਾਂ ਉਹਦੇ ਆਧਾਰ ਤੇ ਲੋਕਾਂ ਨੂੰ ਰੁਪਏ ਨਹੀਂ ਮਿਲਣੇ। ਜਿਹੜਾ ਅੱਜ ਤੋਂ 5 ਸਾਲ ਪਹਿਲਾਂ ਜਾਂ 4 ਸਾਲ ਪਹਿਲਾਂ ਰਜਿਸਟਰੀਆਂ ਹੋਈਆਂ ਉਹਦੇ ਆਧਾਰ ਤੇ ਰੁਪਏ ਮਿਲਣੇ ਆ। ਸਿੰਗਲਾ ਸਾਹਿਬ ਨੂੰ ਇਹਨਾਂ ਨੇ ਇੱਕ ਪਾਸੇ ਤਾਂ ਉਹ ਸਿੱਖਿਆ ਮੰਤਰੀ ਹੈ, ਦੂਜੇ ਪਾਸੇ ਉਹਨਾਂ ਨੂੰ ਰੋਡ ਨਾਲ ਲਾਈ ਜਾਂਦੇ ਆ। ਕੋਈ ਲੱਗਦਾ ਵੀ ਕਨੈਕਸ਼ਨ ਹੈ? ਸਿੱਖਿਆ ਮੰਤਰੀ ਦਾ ਰੋਡ ਨਾਲ ਕੀ ਤਾਲੁਕ ਹੈ? ਮਾਲ ਮੰਤਰੀ ਆ ਸਾਡੇ ਏਰੀਏ ਦੇ ਵਿੱਚ ਗੁਰਪ੍ਰੀਤ ਸਿੰਘ ਕਾਂਗੜ, ਮਾਲ ਮੰਤਰੀ ਆ। ਖੁਦ ਅਸੀਂ ਉਹਨਾਂ ਕੋਲੇ ਗਏ ਵੀ ਸਾਡੇ ਏਰੀਏ ਦੇ ਅਸੀਂ ਤੁਹਾਨੂੰ ਵੋਟਾਂ ਬਣਾ ਕੇ ਵਜ਼ੀਰ ਬਣਾਇਆਗਾ, ਸਾਡਾ ਕੋਈ ਹੱਲ ਕਰੋ। ਉਹ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਵੀ ਰੋਡਾਂ ਨਿਕਲਦੀਆਂ ਨੇ। ਇਹਨਾਂ ਦੇ ਖੁਦ ਐਮਐਲਏਆਂ ਨੂੰ, ਕੈਬਨਿਟ ਮੰਤਰੀਆਂ ਨੂੰ ਪਤਾ ਨਹੀਂ ਵੀ ਰੋਡਾਂ ਕਿੱਥੋਂ ਦੀ ਕੀ ਨਿਕਲਦੀਆਂ ਨੇ, ਕਿਉਂਕਿ ਇਹਨਾਂ ਦੇ ਇਹ ਪ੍ਰੋਜੈਕਟ ਹੀ ਨਹੀਂ, ਇਹ ਸੈਂਟਰ ਦੇ ਪ੍ਰੋਜੈਕਟ ਆ। ਸੈਂਟਰ ਸਰਕਾਰ ਆਪਦੇ ਜਿਨ੍ਹਾਂ ਦੇ ਪੁੱਤ ਆ, ਇਹਨਾਂ ਦੇ ਜਿਹੜੇ ਅਡਾਨੀ ਅਬਾਨੀ ਆ, ਉਹਨਾਂ ਨੂੰ ਇਹ ਰੋਡਾਂ ਕੱਢ ਕੇ ਦੇ ਰਹੇ ਆ। ਸਾਡੀਆਂ ਰੋਡਾਂ ਨਹੀਂ, ਕਿਸੇ ਸਟੇਟ ਦੀਆਂ ਰੋਡਾਂ ਨੇ। ਸੋ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਸਰਕਾਰ ਪਿੱਛੋਂ ਦਾ ਪੈਸਾ ਚੰਗਾ ਲੈ ਲੂਗੀ ਪਰ ਅੱਗੋਂ ਤੁਹਾਨੂੰ 20-25 ਲੱਖ ਰੁਪਇਆ 30 ਲੱਖ ਰੁਪਏ ਤੱਕ ਦੇਊਗੀ। ਕੀ ਮੰਗ ਕਰਦੇ ਹੋ ਕਿ ਜ਼ਮੀਨ ਦਾ ਰੇਟ 1 ਕਿੱਲੇ ਦਾ ਕੀ ਮਿਲਣਾ ਚਾਹੀਦਾ ਹੈ? ਪਹਿਲੀ ਗੱਲ ਤਾਂ ਵੀਰ ਜੀ ਸਾਡੀ ਮੰਗ ਇਹੀ ਹੈ ਵੀ ਮੰਨ ਲਓ ਜਿਹਦੇ 2 ਕਿੱਲੇ ਵਾਹਣ ਆ ਤੇ 2 ਕਿੱਲੇ ਵਿੱਚ ਆ ਗਏ, ਉਹਦੇ ਪਰਿਵਾਰ ਸੰਬੰਧੀ ਕੀ ਸੋਚਦੀ ਆ ਸਰਕਾਰ? ਸਾਨੂੰ ਇੰਨੇ ਹੀ ਆਨਸਰ ਦੇ ਦੇ ਵੀ ਉਹਦੀ ਕੀ ਸੋਚਦੀ ਆ। ਮੰਨ ਲਓ ਇਹ ਕਹਿੰਦੇ ਅਸੀਂ ਨੌਕਰੀਆਂ ਦਾ ਇੱਕ ਉਸੇ ਵਿੱਚ ਬਾਏ ਕਾਨੂੰਨ ਗੱਲ ਕਰਦੇ ਆ। ਅਸੀਂ ਇਹਨਾਂ ਦੇ ਕਾਨੂੰਨ ਦੇ ਵਿੱਚ ਲਿਖਿਆ ਵਾ ਵੀ ਜਿਹਦੀ ਪੂਰੀ ਦੀ ਪੂਰੀ ਜ਼ਮੀਨ ਆਉਂਦੀ ਆ ਉਹਨੂੰ ਪੰਜਾਬ ਸਰਕਾਰ ਨੌਕਰੀਆਂ ਦੇਊਗੀ। ਇਹ ਪੰਜਾਬ ਸਰਕਾਰ ਪਹਿਲਾਂ ਵਾਲੀਆਂ ਨੌਕਰੀਆਂ ਤਾਂ ਦੇ ਦੇ, ਜਿਹੜੀਆਂ ਸਾਡੇ ਨਾਲ ਇਹ ਤਲਵੰਡੀ ਸਾਬੋ ਗੁੱਟ ਕੇ ਫੜ ਕੇ ਸੌਹਾਂ ਖਾ ਕੇ ਆਏ ਆ, ਉਹ ਤਾਂ ਸਾਡੀਆਂ ਮੰਗਾਂ ਪੂਰੀਆਂ ਕਰਦੇ। ਬਾਅਦ ਵਾਲੀਆਂ ਨੌਕਰੀਆਂ ਤਾਂ ਅਸੀਂ ਬਾਅਦ 'ਚ ਦੇਖਾਂਗੇ। ਕੀ ਇਹ ਨੌਕਰੀ ਕਿਸੇ ਨੂੰ ਦੇਊਗੀ? ਨਹੀਂ। ਇਹ ਉਸ ਨੌਕਰੀਆਂ ਦੇ ਬੱਟੇ ਕਹਿੰਦੇ ਸਾਨੂੰ 2-2 ਲੱਖ ਰੁਪਇਆ ਵਧਾ ਦਿਆਂਗੇ, ਤੇ ਇਹਨਾਂ ਦਾ ਆਪਦਾ ਖਰਚਾ ਨਿਤ ਦਾ 2-2 ਲੱਖ ਰੁਪਇਆ। ਸਾਨੂੰ ਸਾਰੀ ਜ਼ਿੰਦਗੀ ਕੱਟਣ ਵਾਸਤੇ 2-2 ਲੱਖ ਰੁਪਇਆ ਦੇ ਰਹੇ ਆ। ਇਹ ਸਰਕਾਰਾਂ ਦੀਆਂ ਨੀਤੀਆਂ ਸਿਰਫ ਮਾਰੂ ਆ ਪੰਜਾਬ ਵਾਸਤੇ ਵੀਰ। ਸੋ ਜੇ ਸਰਕਾਰ ਨਹੀਂ ਮੰਨਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੁਹਾਡੀਆਂ ਮੰਗਾਂ, ਅਗਲਾ ਕਦਮ ਕੀ ਹੋਣਾ ਚਾਹੀਦਾ, ਕੀ ਸੋਚਦੇ ਹੋ? ਵੀਰ ਜੀ ਸਾਡਾ ਰੌਸ਼ਨ ਵਾਲੇ ਤੋਂ 4 ਮਹੀਨਿਆਂ ਤੋਂ ਧਰਨਾ ਲੱਗਿਆ ਹੋਇਆ। ਜੇ ਸਰਕਾਰ ਦਾ ਵਹਿਮ ਹੋਵੇ ਵੀ ਕਤਲਾ ਕੋਈ ਉੱਥੇ ਇੱਕ ਪਿੰਡ ਬੈਠਾ, ਇੱਕ ਪਿੰਡ ਨਹੀਂ ਪੂਰੇ ਪੰਜਾਬ ਦਾ ਧਰਨਾ ਸੀ ਉਹ। ਹੁਣ ਅਸੀਂ ਚੱਲ ਕੇ ਇੱਥੇ ਪਟਿਆਲੇ ਦੇ ਵਿੱਚ ਧਰਨਾ ਦਿੱਤਾਗਾ। ਜਿੰਨਾ ਚਿਰ ਸਾਡੀਆਂ ਮੰਗਾਂ ਮੰਨ ਕੇ ਸਰਕਾਰ ਕੋਈ ਹੱਲ ਨਹੀਂ ਕਰਦੀ, ਸਾਡਾ ਇੱਥੇ ਪਰਮਾਨੈਂਟ ਧਰਨਾ ਚੱਲੂਗਾ। ਉਹਨਾਂ ਚਿਰ ਅਸੀਂ ਧਰਨਾ ਚੱਕ ਕੇ ਨਹੀਂ ਜਾਵਾਂਗੇ। ਧਰਨਾ ਚੱਕ ਕੇ ਨਹੀਂ ਜਾਓਗੇ, ਲੇਕਿਨ ਅੱਗੇ ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ। ਅੱਗੇ ਜਾ ਕੇ ਮੈਂ ਵੀ ਦੇਖਿਆ ਲਾਈਨਾਂ ਲੱਗੀਆਂ ਹੋਈਆਂ ਪੁਲਿਸ ਦੀਆਂ। ਕੀ ਲੱਗਦਾ ਹੈ ਕਿ ਜਬਰੀ ਉਠਾਇਆ ਜਾ ਸਕਦਾ ਇਸ ਧਰਨੇ ਨੂੰ? ਵੀਰ ਜੀ ਦੇਖੋ, ਜਿਹੜੀ ਪੁਲਿਸ ਫੋਰਸ ਉੱਥੇ ਲੱਗੀ ਹੋਈ ਆ ਉਹ ਤੋਂ ਸਾਫ਼ ਜ਼ਾਹਰ ਹੁੰਦਾ ਵੀ ਸਰਕਾਰ ਕੁਝ ਗਲਤ ਕਰ ਰਹੀ ਹੈ ਤਾਂ ਫੋਰਸ ਲਾਈ ਹੈ। ਜੇ ਸਰਕਾਰ ਕੋਈ ਸਿੱਧਾ ਕੰਮ ਕਰਦੀ ਹੋਵੇ ਤਾਂ ਫੋਰਸ ਲਾਉਣ ਦੀ ਕਿਉਂ ਲੋੜ ਪਵੇ? ਅਸੀਂ ਆਏ ਆ ਪਿੰਡਾਂ ਤੋਂ ਚੱਲ ਕੇ, ਬਠਿੰਡੇ ਜ਼ਿਲ੍ਹਾ, ਬਰਨਾਲਾ ਕਿੰਨੀ ਬਾਟ ਆ, ਗੁਰਦਾਸਪੁਰ ਕਿੱਥੇ ਆ, ਉੱਥੋਂ ਲੋਕ ਚੱਲ ਕੇ ਆਏ ਆ। ਜੇ ਉਹਨਾਂ ਦੇ ਮਨ 'ਚ ਕੋਈ ਵਹਿਮ ਹੋਵੇ, ਕੋਈ ਡਰ ਹੋਵੇ
ਤਾਂ ਉਹ ਕਿਉਂ ਆਉਣ ਇੱਥੇ? ਇਹ ਫੋਰਸ ਦਾ ਲੋਕਾਂ ਨੂੰ ਕੋਈ ਡਰ ਨਹੀਂ। ਇਹ ਪਹਿਲਾਂ ਫਿਲਮ ਦਾ ਟ੍ਰੇਲਰ ਦੇਖ ਚੁੱਕਿਆ ਦਿੱਲੀ ਵੇਲੇ। ਨਾ ਅਸੀਂ ਇਹਨਾਂ ਬੈਰੀਅਰਾਂ ਤੋਂ ਡਰਦੇ ਆ। ਪੁਲਿਸ ਦੇ ਵਿੱਚ ਖੜੇ ਆ, ਉਹ ਵੀ ਸਾਰੇ ਪੰਜਾਬ ਦੇ ਕਿਸਾਨਾਂ ਦੇ ਪੁੱਤ ਆ। ਉਹਨਾਂ ਦੇ ਵਿੱਚੋਂ ਫੋਰਸ ਦੇ ਵਿੱਚ ਚਲੇ ਜਾਓ, 2-4% ਬੰਦੇ ਇਹੋ ਜਿਹੇ ਨਿਕਲੇ ਹੋਣਗੇ ਜਿਹਦੀ ਆਪ ਦੀ ਪੈਲੀ ਵਿੱਚ ਆਉਂਦੀ ਆ। ਉਹ ਦੁਖੀ ਆ, ਉਹ ਇੱਕ ਵੱਜੇ ਹੋਏ ਆ ਕਾਨੂੰਨ ਦੇ। ਸਰਕਾਰ ਉਹਨਾਂ ਨਾਲ ਧੱਕਾ ਕਰਕੇ ਉਹਨਾਂ ਨੂੰ ਖੜਾ ਰਹੀ ਆ ਉੱਥੇ। ਉਹਨਾਂ ਦਾ ਖੜਨ ਨੂੰ ਜੀ ਨਹੀਂ ਕਰਦਾ। ਸਾਨੂੰ ਇੰਨਾ ਮਾਣ ਆ, ਉਹ ਸਾਡੇ ਭਰਾ ਸਾਡੇ ਤੋਂ ਕੋਈ ਵਧੀਕੀ ਨਹੀਂ ਕਰਨਗੇ। ਸੋ ਤੁਸੀਂ ਹਮਦਰਦ ਟੀਵੀ ਉੱਤੇ ਇਹ ਲਾਈਵ ਤਸਵੀਰਾਂ ਦੇਖ ਰਹੇ ਹੋ। ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਅੱਗੇ ਕਿਸਾਨਾਂ ਨੇ ਪੱਕਾ ਮੋਰਚਾ ਗੱਡ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਫਸਲਾਂ ਦਾ ਪਹਿਲਾਂ ਸਾਨੂੰ ਮੁੱਲ ਕੇਂਦਰ ਨਹੀਂ ਦੇ ਰਹੀ ਸੀ, ਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਉਹ ਜ਼ਮੀਨਾਂ ਦਾ ਵੀ ਮੁੱਲ ਮੰਗਦੇ ਨੇ ਜਿਹੜੇ ਨੈਸ਼ਨਲ ਹਾਈਵੇ ਪ੍ਰੋਜੈਕਟ ਹੈਗੇ ਨੇ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਦੇ ਵਿੱਚੋਂ ਵੀ ਪੈਸੇ ਮਾਰਨਾ ਚਾਹੁੰਦੀ ਹੈ। ਦੇਖਣਾ ਬੜਾ ਦਿਲਚਸਪ ਹੋਏਗਾ ਕਿ ਹੁਣ ਇਸ ਅੰਦੋਲਨ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇੱਥੇ ਬਿਠਾਈ ਰੱਖਦੀ ਹੈ ਜਾਂ ਮਸਲਾ ਹੱਲ ਕਰੂਗੀ ਜਾਂ ਜਬਰੀ ਚੁਕਵਾਊਗੀ। ਲੇਕਿਨ ਤੁਹਾਨੂੰ ਦੂਜੇ ਪਾਸੇ ਦੀ ਤਸਵੀਰਾਂ ਦਿਖਾਉਂਦੇ ਆ ਜਿੱਥੇ ਪੱਕੀ ਪੁਲਿਸ ਫੋਰਸ ਲਾਈ ਹੋਈ ਹੈ। ਸਿੰਘੂ ਵੱਢ ਤੇ 57000 ਬੈਠਾ ਹੈ ਭਰਾਵੋ, ਵੱਡੀ ਗਿਣਤੀ 'ਚ ਅੱਜ ਤੁਸੀਂ ਆਏ ਹੋ। ਇੱਕ ਕੈਪਟਨ ਨੂੰ ਜਵਾਬ ਨਹੀਂ ਦੇਣ ਲਈ ਡੀਸੀ ਦਾ ਛੋਟਾ ਜਿਹਾ ਪੁਰਜਾ ਇਹਨਾਂ ਦਾ ਉਹ ਜਿਵੇਂ ਸੋ ਤੁਸੀਂ ਸੁਣਿਆ ਕਿ ਜਿਹੜੇ ਕਿਸਾਨ ਲੀਡਰ ਹੈਗੇ ਨੇ ਉਹ ਪੁਲਿਸ ਵਾਲਿਆਂ ਨਾਲ ਗੱਲਬਾਤ ਕਰ ਰਹੇ ਨੇ। ਪੁਲਿਸ ਵਾਲੇ ਉਹਨਾਂ ਨੂੰ ਕਹਿ ਰਹੇ ਨੇ ਕਿ ਇੱਕ ਵਾਰੀ ਤੁਸੀਂ ਧਰਨਾ ਚੁੱਕ ਲਓ, ਲੇਕਿਨ ਜਿਹੜੇ ਕਿਸਾਨ ਲੀਡਰ ਹੈਗੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਧਰਨਾ ਤਾਂ ਹੀ ਚੁੱਕਾਂਗੇ, ਸਾਡੀ ਅੱਗੇ ਗੱਲਬਾਤ ਕਰਵਾਓ। ਉਹ ਕਹਿ ਰਹੇ ਕਿ ਹਾਲੇ ਗੱਲਬਾਤ ਜਿਹੜੀ ਹੈਗੀ ਹੈ ਉਹ ਅੱਗੇ ਨਹੀਂ ਹੋ ਸਕਦੀ। ਸੋ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਇਧਰ ਬੈਰੀਕੇਡਿੰਗ ਹੋਈ ਵੀ ਹੈ, ਸਾਹਮਣੇ ਟਰੈਕਟਰ ਟਰਾਲੀਆਂ ਖੜੀਆਂ ਹੋਈਆਂ ਨੇ। ਦਿੱਲੀ ਵਰਗਾ ਜਿਹੜਾ ਮਾਹੌਲ ਹੈਗਾ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ। ਖਾਸ ਤੌਰ ਤੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਜ਼ਿਲ੍ਹੇ ਪਟਿਆਲਾ ਦੇ ਵਿੱਚ ਇਹ ਮਾਹੌਲ ਬਣਿਆ ਹੋਇਆ ਹੈ ਦਿੱਲੀ ਵਰਗਾ। ਤੁਸੀਂ ਦੇਖੋ ਸਾਹਮਣੇ ਟਰੈਕਟਰ ਟਰਾਲੀਆਂ ਉੱਦਾਂ ਹੀ ਲਾਈਆਂ ਹੋਈਆਂ ਨੇ ਜਿੱਦਾਂ ਦਿੱਲੀ ਦੇ ਬਰੂਹਾਂ ਦੇ ਉੱਤੇ ਕਿਸਾਨਾਂ ਨੇ ਲਾਈਆਂ ਹੋਈਆਂ ਨੇ। ਸੋ ਕਿਸਾਨ ਲੀਡਰਾਂ ਦੇ ਨਾਲ ਵੀ ਜਿਹੜੀ ਗੱਲਬਾਤ ਹੈਗੀ ਹੈ ਪੁਲਿਸ ਦੀ ਉਹ ਚੱਲ ਰਹੀ ਹੈਗੀ ਹੈ। ਕੋਈ ਮਸਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਹ ਮੰਨਿਆ ਜਾ ਰਿਹਾ ਹੈ ਕਿ ਜੇ ਮਸਲੇ ਦਾ ਹੱਲ ਨਹੀਂ ਨਿਕਲਦਾ ਤਾਂ ਕਿਸਾਨ ਅੱਗੇ ਵੱਧ ਸਕਦੇ ਨੇ, ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਵੱਲ ਵੱਧ ਸਕਦੇ ਨੇ। ਇਸ ਕਰਕੇ ਦੂਜੇ ਪਾਸੇ ਤੁਸੀਂ ਦੇਖੋ ਤਸਵੀਰਾਂ, ਦੂਜੇ ਪਾਸੇ ਪੁਲਿਸ ਫੋਰਸ ਵੀ ਪੂਰੀ ਤਰ੍ਹਾਂ ਤਾਇਨਾਤ ਕੀਤੀ ਹੋਈ ਹੈ। ਵੱਡੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ। ਪੁਲਿਸ ਅਧਿਕਾਰੀ ਵੀ ਤੁਹਾਨੂੰ ਸਾਹਮਣੇ ਬੈਠੇ ਜਿਹੜੇ ਹੈਗੇ ਨੇ ਉਹ ਨਜ਼ਰ ਆ ਰਹੇ ਨੇ। ਤੇ ਇਹ ਜਿਹੜਾ ਰਾਹ ਹੈਗਾ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲੇ ਜਾਂਦਾ ਹੈ। ਅੱਗੇ ਵੱਡੇ ਵੱਡੇ ਜਿਹੜੇ ਕੰਟੇਨਰ ਹੈਗੇ ਨੇ ਉਹ ਵੀ ਖੜੇ ਕੀਤੇ ਹੋਏ ਨੇ। ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਹਮਦਰਦ ਟੀਵੀ ਦੇ ਉੱਤੇ, ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ। ਤੇ ਕਿਸਾਨਾਂ ਦੀ ਜਿਹੜੀ ਵੱਡੀ ਮੰਗ ਹੈਗੀ ਹੈ, ਉਹਨਾਂ ਦੀ ਵੱਡੀ ਮੰਗ ਇਹੀ ਹੈਗੀ ਹੈ ਕਿ ਜੇ ਸਾਡੀਆਂ ਜ਼ਮੀਨਾਂ ਐਕਵਾਇਰ ਕਰਨਾ ਚਾਹੁੰਦੀ ਹੈ ਸਰਕਾਰ, ਨੈਸ਼ਨਲ ਹਾਈਵੇ ਜਿਹੜੇ ਪ੍ਰੋਜੈਕਟ ਹੈਗੇ ਨੇ ਉਹਨਾਂ ਦੇ ਵਾਸਤੇ, ਤਾਂ ਉਸ ਲਈ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਲੇਕਿਨ ਸਰਕਾਰ ਕਹਿ ਰਹੀ ਹੈ ਕਿ ਜਿਹੜਾ ਮੁਆਵਜ਼ਾ ਹੈਗਾ ਉਹ ਅਸੀਂ ਕਲੈਕਟਰ ਰੇਟ ਦੇ ਉੱਤੇ ਜਿਹੜਾ ਰੇਟ ਬਣਦਾ ਉਸ ਤੋਂ ਡਬਲ ਦੇ ਦਾਂਗੇ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਮਹਿਲ ਵੀ ਖਰੀਦਣ ਨੂੰ ਤਿਆਰ ਹਾਂ। ਕਲੈਕਟਰ ਰੇਟ ਦੇ ਉੱਤੇ ਮਹਿਲ ਦੀ ਕੀਮਤ ਪਾ ਲੈਣ, ਅਸੀਂ ਕੈਪਟਨ ਅਮਰਿੰਦਰ ਸਿੰਘ ਦਾ ਮਹਿਲ ਖਰੀਦ ਲਾਂਗੇ, ਕਿੰਨੇ ਕੁ ਲੱਖ ਦਾ ਇਹ ਮਹਿਲ ਬਣੂਗਾ ਉਸ ਹਿਸਾਬ ਨਾਲ ਅਸੀਂ ਮਹਿਲ ਵੀ ਖਰੀਦਣ ਨੂੰ ਤਿਆਰ ਹੈਗੇ ਹਾਂ। ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇੱਕ ਪਾਸੇ ਪੁਲਿਸ ਫੋਰਸ ਤਾਇਨਾਤ ਹੈਗੀ ਹੈ, ਦੂਜੇ ਪਾਸੇ ਕਿਸਾਨ ਧਰਨੇ ਦੇ ਉੱਤੇ ਬੈਠੇ ਨੇ। ਦਿੱਲੀ ਵਰਗਾ ਜਿਹੜਾ ਮਾਹੌਲ ਹੈਗਾ ਉਹ ਪੰਜਾਬ ਦੇ ਵਿੱਚ ਬਣਦਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿਰੁੱਧ ਵੀ ਕਿਸਾਨਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਪਟਿਆਲਾ ਤੋਂ ਕੈਮਰਾਮੈਨ ਵੇਦ ਰਾਮ ਦੇ ਨਾਲ ਅਮਨ ਮੋਹਨ ਮੋਹਜਾਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।